ਭੱਟਾਂ ਤੇ ਸਵਈਆਂ ਦੇ ਜੋ ਲੜੀਵਾਰ ਵਿਚਾਰ ਅਸੀਂ ਆਰੰਭ ਕੀਤੀ ਸੀ, ਉਹਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸਵਈਏ ਸ੍ਰੀ ਮੁਖਵਾਕ ਸਭ ਤੋਂ ਪਹਿਲਾਂ ਉਹਨਾਂ ਦੀ ਵਿਚਾਰ ਆਰੰਭ ਹੋਈ ਸੀ। ਉਹਨਾਂ ਦੇ ਵਿੱਚੋਂ ਪਿਛਲੀ ਕਲਾਸ ਵਿੱਚ ਅਸੀਂ 5ਵੇਂ ਸਵਈਏ ਤੱਕ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਸੀ। ਅੱਜ 6ਵੇਂ ਸਵਈਏ ਤੋਂ ਆਰੰਭ ਕਰਾਂਗੇ। ਜਿਵੇਂ ਕਿ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀਗਾ ਕਿ ਪਹਿਲੇ 4 ਸਵਈਆਂ ਦੀ ਕਾਮਨ ਅਖੀਰਲੀ ਪੰਕਤੀ ਹੈ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਣਾ ਹਾਂ ਕਿ ਬਲ ਬਲ ਸਦ ਬਲਿਹਾਰ। ਇਹ ਪਹਿਲੇ ਚਾਰੋਂ ਸਵਈਆਂ ਦੀ ਇਹ ਪੰਕਤੀਆਂ ਅਖੀਰ ਤੇ ਕਾਮਨ ਹੈਗੀਆਂ ਨੇ। ਤੋ ਜਿਨ੍ਹਾਂ ਦੇ ਵਿੱਚ ਇਹ ਗੱਲ ਪ੍ਰਤੱਖ ਤੌਰ ਦੇ ਉੱਤੇ ਗੁਰੂ ਸਾਹਿਬ ਨੇ ਕਨਵੇ ਕਰ ਦਿੱਤੀ ਹੈ ਸਪਸ਼ਟ ਤੌਰ ਤੇ ਕਿ ਗੁਰੂ ਨਾਨਕ ਔਰ ਪਰਮਾਤਮਾ ਦੋਨੋਂ ਇੱਕ ਸਮਾਨ ਹਨ, ਦੋਨਾਂ 'ਚ ਕੋਈ ਭਿੰਨ ਭੇਦ ਨਹੀਂ ਹੈ। ਜਿਵੇਂ ਪਰਮਾਤਮਾ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਪੂਰਨ ਤੌਰ ਦੇ ਉੱਤੇ, ਤਿਵੇਂ ਹੀ ਗੁਰੂ ਨਾਨਕ ਦੇ ਗੁਣ ਜਿਹੜੇ ਨੇ ਉਹਨਾਂ ਦਾ ਵਿਖਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਤੋਂ ਤਾਂ ਸਿਰਫ ਸਦਕੇ ਹੀ ਬਲਿਹਾਰ ਹੀ ਜਾਇਆ ਜਾ ਸਕਦਾ ਹੈ। 5ਵੇਂ ਸਵਈਏ ਦੇ ਜੋ ਆਖਰੀ ਪੰਕਤੀ ਸੀ, ਉਹਦੇ ਵਿੱਚ ਵੀ ਇਹੀ ਮੈਸੇਜ ਵੱਖਰੇ ਲਫ਼ਜ਼ਾਂ ਦੇ ਵਿੱਚ ਕਨਵੇ ਕੀਤਾ ਗਿਆ ਕਿ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋ ਥੇ ਰਹਿਓ। ਕਿ ਹਰੀ ਦਾ ਰੂਪ ਗੁਰੂ ਨਾਨਕ ਜਿਨ੍ਹਾਂ ਨੇ ਵੀ ਪਰਸਿਆ, ਜਿਨ੍ਹਾਂ ਨੇ ਵੀ ਉਹਨਾਂ ਦੀ ਸੰਗਤ ਕੀਤੀ, ਜਿਨ੍ਹਾਂ ਨੇ ਵੀ ਗੁਰੂ ਨਾਨਕ ਦੀ ਸੰਗਤ ਕਰਕੇ ਉਹਨਾਂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ, ਉਹ ਜਨਮ ਮਰਨ ਦੇ ਗੇੜ ਤੋਂ ਆਜ਼ਾਦ ਹੋ ਗਏ, ਜਨਮ ਮਰਨ ਦੇ ਗੇੜ ਵਿੱਚੋਂ ਨਿਕਲ ਗਏ। ਇਹ 5ਵੇਂ ਸਵਈਏ ਦੀ ਆਖਰੀ ਪੰਕਤੀ ਸੀ। 6ਵਾਂ ਸਵਈਆ ਆਰੰਭ ਹੁੰਦਾ ਹੈ, ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨ ਨਾ ਅਵਰ ਪੁਰਖ ਪੌਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇ ਜਨ ਤ੍ਰਿਪਤ ਅਗਾਹੇ ਜੇ ਠਾਕੁਰ ਸੁਪ੍ਰਸੰਨ ਭਇਓ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ। ਸੋ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ। ਸਤ ਦਾ ਜੋ ਆਖਰੀ ਅਰਥ ਹੈ ਉਹ ਹੈ ਅਟਲ ਜਾਂ ਜੋ ਸਦਾ ਕਾਇਮ ਰਹਿਣ ਵਾਲਾ ਹੈ, ਜਿਹਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਹੈ, ਜਿਹਦਾ ਚੇਂਜ ਨਹੀਂ ਹੁੰਦਾ, ਸਦਾ ਕਾਇਮ ਰਹਿੰਦਾ ਹੈ। ਦੁਨੀਆ ਦੀਆਂ ਆਮ ਚੀਜ਼ਾਂ ਜਿਹੜੀਆਂ ਨੇ ਸਮੇਂ ਦੇ ਪ੍ਰਭਾਵ ਦੇ ਨਾਲ ਉਹਨਾਂ ਦੇ ਵਿੱਚ ਚੇਂਜ ਆ ਜਾਂਦਾ ਹੈ। ਆਮ ਤੌਰ ਤੇ ਉਹਨਾਂ ਦੇ ਅੰਦਰ ਕਮਜ਼ੋਰੀਆਂ ਕਮੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਮੇਂ ਦੇ ਪ੍ਰਭਾਵ ਨਾਲ। ਪਰ ਇਹ ਪਰਮਾਤਮਾ ਦਾ ਗੁਣ ਹੈ ਕਿ ਪਰਮਾਤਮਾ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ, ਸਮੇਂ ਦੇ ਨਾਲ ਉਹਦੇ ਅੰਦਰ ਕੋਈ ਬਦਲਾਅ ਨਹੀਂ ਆਉਂਦਾ। तो वो सत है, सदा कायम रहने वाला है, अटल है, ਉਹਦੇ ਅੰਦਰ ਕੋਈ ਬਦਲਾਵ ਨਹੀਂ ਆਉਂਦਾ। ਸਤ ਸਤ ਹਰ ਸਤ, ਇਹ ਸਿਰਫ ਐਮਫੈਸਿਸ ਦੇਣ ਵਾਸਤੇ, ਜ਼ੋਰ ਦੇ ਕੇ ਗੱਲ ਸਮਝਾਉਣ ਵਾਸਤੇ ਸਤ ਲਫ਼ਜ਼ ਨੂੰ ਰਿਪੀਟ ਕੀਤਾ ਹੈ ਕਿ ਉਹ ਸਦਾ ਕਾਇਮ ਰਹਿਣ ਵਾਲਾ ਹੈ, ਉਹ ਹਰੀ ਸਦਾ ਕਾਇਮ ਰਹਿਣ ਵਾਲਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਦੂਜੇ ਹਿੱਸੇ 'ਚ ਕਹਿੰਦੇ ਹਨ ਸਤ ਸਤੇ ਸਤ ਭਣੀਐ, ਉਸ ਸੱਚ ਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਜਿਹੜੇ ਉਹਦੇ ਜਾਣਨ ਵਾਲੇ ਪੁਰਸ਼ ਨੇ, ਜਿਹੜੇ ਉਹਦੇ ਬਾਰੇ ਵਿਚਾਰ ਕਰਦੇ ਨੇ, ਜਿਹੜੀ ਉਹਦੇ ਬਾਰੇ ਵਿੱਚ ਮਨ ਦੇ ਅੰਦਰ ਜਿਹਨੂੰ ਉਹਨੂੰ ਧਿਆਨ ਦੇ ਵਿੱਚ ਲਿਆਉਂਦੇ ਹਨ, ਉਹਨਾਂ ਪਾਸੋਂ ਵੀ ਇਹ ਸੁਣਨ ਨੂੰ ਮਿਲਿਆ ਜਾਂਦਾ ਹੈ, ਉਹਨਾਂ ਦੁਆਰਾ ਵੀ ਇਹ ਆਖਿਆ ਜਾਂਦਾ ਹੈ। ਭਣੀਐ, ਭਣੀਐ ਲਫ਼ਜ਼ ਦਾ ਅਰਥ ਹੁੰਦਾ ਹੈ ਕਿ ਆਖਿਆ ਜਾਂਦਾ ਹੈ, ਭਾਵ ਜਿਹੜੇ ਵੀ ਉਸ ਸੱਚ ਦੇ ਬਾਰੇ ਵਿਚਾਰ ਕਰਦੇ ਹਨ, ਜਿਹੜੇ ਉਸਦੇ ਗੁਣਾਂ ਨੂੰ ਆਪਣੇ ਸੋਚ ਮੰਡਲ ਵਿੱਚ ਲਿਆਉਂਦੇ ਹਨ, ਉਹਦੇ ਬਾਰੇ ਵਿਚਾਰ ਕਰਦੇ ਹਨ, ਉਹ ਵੀ ਇਹ ਗੱਲ ਆਖਦੇ ਹਨ ਕਿ ਪਰਮਾਤਮਾ ਸਦਾ ਅਟਲ ਹੈ। तो पहली पंक्ति का जो भाव अर्थ है कि परमात्मा सदा कायम रहने वाला है, वो सदा कायम रहने वाला मालक है, ते जेड़े भी ਉਹਦੇ ਬਾਰੇ ਵਿਚਾਰ ਕਰਦੇ ਹਨ, ਉਹਦੇ ਨਾਲ ਜੁੜਦੇ ਹਨ, ਉਹ ਵੀ ਇਹੀ ਗੱਲ ਆਖਦੇ ਹਨ ਕਿ ਉਹ ਸਦਾ ਕਾਇਮ ਰਹਿਣ ਵਾਲਾ ਹੈ। दूसर आन न पुरख, कुछ गड़बड़ हो गई, मेरी स्क्रीन गायब हो गई।
हाँ जी, सॉरी, मेरी स्क्रीन एकदम बिल्कुल ब्लैंक हो गई सी, हुण ठीक हो गई है। दूसरी पंक्ति है, दूसर आन न अवर पुरख पौरातन सुनिए। होर ओदे वर्गा कोई होर दूसरा है ही नहीं, ते उस वो सब जगह ते पूरा होया है, कायम है, सब जगह वो मौजूद है। ਤੇ ਉਸ ਨੂੰ ਸੁਣਿਆ ਜਾਂਦਾ ਹੈ ਕਿ ਉਹ ਪੁਰਾਤਨ ਹੈ, ਪੁਰਾਣਾ ਹੈ, ਭਾਵ ਸਭ ਦਾ ਮੁੱਢ ਹੈ। ਪੁਰਾਤਨ ਦਾ ਜੋ ਲਫ਼ਜ਼ੀ ਮਾਇਨਾ ਹੈ ਉਹ ਹੈ ਪੁਰਾਣਾ। ਤੋ ਸਭ ਤੋਂ ਪੁਰਾਣਾ ਕੌਣ ਹੈ? ਜੋ ਸਭ ਤੋਂ ਪਹਿਲਾਂ ਸੀਗਾ, ਜੋ ਆਦਿ ਚ ਸੀਗਾ। ਜਿਵੇਂ ਜਪਜੀ ਦੇ ਸ਼ਲੋਕ ਵਿੱਚ ਆਉਂਦਾ ਹੈ, ਆਦ ਸੱਚ ਜੁਗਾਦ ਸੱਚ। ਜੁਗਾਦ ਦਾ ਭਾਵ ਹੈ ਜੁਗਾਂ ਦੇ ਆਰੰਭ ਤੋਂ, ਭਾਵ ਜਦੋਂ ਸਮਾਂ ਆਰੰਭ ਹੋਇਆ, ਜਦੋਂ ਪਰਮਾਤਮਾ ਨੇ ਆਪਣੀ ਸਰਗੁਣ ਸਰੂਪ ਦਾ ਫੈਲਾਅ ਕਰ ਦਿੱਤਾ ਤਾਂ ਜੁਗਾਂ ਦਾ ਆਰੰਭ ਹੋਇਆ। ਜਦੋਂ ਅਜੇ ਉਹ ਨਿਰਗੁਣ ਸਰੂਪ ਵਿੱਚ ਹੀ ਸੀ ਤਾਂ ਕੇਵਲ ਤੇ ਕੇਵਲ ਪ੍ਰਮਾਤਮਾ ਹੀ ਸੀ, ਹੋਰ ਕੁਝ ਵੀ ਨਹੀਂ ਸੀ। ਤਾਂ ਉਦੋਂ ਯੁੱਗ ਵੀ ਨਹੀਂ ਸਨ, ਸਮਾਂ ਵੀ ਨਹੀਂ ਸੀ, ਤੇ ਉਸ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਸੀ। ਤਾਂ ਇਸ ਲਈ ਉਹ ਸਭ ਤੋਂ ਪੁਰਾਣਾ, ਸਭ ਤੋਂ ਪਹਿਲੇ ਉਹੀ ਸੀ। ਉਹਦੇ ਤੋਂ ਬਾਅਦ ਹੀ ਸਮਾਂ ਸ਼ੁਰੂ ਹੋਇਆ ਤੇ ਫਿਰ ਕਿਸੇ ਹੋਰ ਚੀਜ਼ ਦੀ ਹੋਂਦ ਹੋਈ। ਤਾਂ ਇਸ ਲਈ ਸਭ ਤੋਂ ਪੁਰਾਤਨ ਭਾਵ ਸਭ ਦਾ ਮੁੱਢ, ਸਭ ਦੇ ਆਰੰਭ ਦੇ ਵਿੱਚ ਉਹ ਪਰਮਾਤਮਾ ਹੀ ਸੀ। ਤਾਂ ਦੂਸਰ ਆਨ ਨਾ ਅਵਰ ਪੁਰਖ ਪੁਰਾਤਨ ਸੁਣੀਏ, ਹੋਰ ਕੋਈ ਵੀ ਉਸ ਤੋਂ ਪੁਰਾਣਾ ਨਹੀਂ ਹੈ। ਉਹ ਪਰਮਾਤਮਾ ਪੁਰਾਤਨ ਪੁਰਖ ਸੁਣੀਦਾ ਹੈ, ਸਭ ਦਾ ਮੁੱਢ ਹੈ, ਉਹਦੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ। ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ। ਉਸ ਹਰੀ ਦਾ ਅੰਮ੍ਰਿਤ ਨਾਮ ਜਿਹੜੇ ਵੀ ਲੈਂਦੇ ਹਨ, ਭਾਵ ਜਿਹੜੇ ਵੀ ਆਪਣੇ ਹਿਰਦੇ ਦੇ ਵਿੱਚ ਉਸਦੇ ਨਾਮ ਨੂੰ ਹਿਰਦੇ ਦੇ ਵਿੱਚ ਧਿਆਉਂਦੇ ਹਨ, ਯਾਦ ਕਰਦੇ ਹਨ, ਜਾਂ ਮੁਖ ਤੋਂ ਰਸਨਾ ਤੋਂ ਉਹਦਾ ਨਾਮ ਲੈਂਦੇ ਹਨ, ਉਹ ਸਾਰੇ ਸੁੱਖ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ। ਜੇ ਰਸਨ ਚਾਖਿਓ ਤੇ ਜਨ ਤ੍ਰਿਪਤ ਅਗਾਏ। ਜਿਨ੍ਹਾਂ ਨੇ ਵੀ ਜੀਭਾ ਦੇ ਨਾਲ ਇਸ ਨਾਮ ਅੰਮ੍ਰਿਤ ਨੂੰ ਚਖਿਆ ਹੈ। ਇਹ ਹੁਣ ਥੋੜੀ ਜਿਹੀ ਗੱਲ ਸਮਝਣਾ ਮੰਗਦੀ ਹੈ। ਅਸੀਂ ਕਹਿੰਦੇ ਹਾਂ ਕਿ ਨਾਮ ਅੰਮ੍ਰਿਤ ਹੈ, ਉਸ ਦਾ ਭਾਵ ਕੀ ਹੈ? ਅੰਮ੍ਰਿਤ ਦਾ ਜੋ ਅਖਰੀ ਅਰਥ ਹੁੰਦਾ ਹੈ ਉਹ ਜੋ ਮ੍ਰਿਤੂ ਤੋਂ ਰਹਿਤ ਹੈ, ਅਮ੍ਰਿਤ, ਜਿਹਨੂੰ ਮੌਤ, ਜਿਹਦੇ ਉੱਤੇ ਆਪਣਾ ਅਸਰ ਨਹੀਂ ਪਾ ਸਕਦੀ, ਜਿਹੜਾ ਮੌਤ ਦੇ ਪ੍ਰਭਾਵ ਤੋਂ ਉੱਚਾ ਹੈ, ਪਰੇ ਹੈ। ਤਾਂ ਅੰਮ੍ਰਿਤ ਉਹ ਹੈ ਜਿਹਦੇ ਉੱਤੇ ਮੌਤ ਆਪਣਾ ਜ਼ੋਰ ਨਹੀਂ ਚਲਾ ਸਕਦੀ। ਤੇ ਪ੍ਰਭੂ ਦਾ ਨਾਮ ਅੰਮ੍ਰਿਤ ਹੈ, ਉਹਦੇ ਉੱਤੇ ਮੌਤ ਦਾ ਅਸਰ ਨਹੀਂ ਹੋ ਸਕਦਾ। ਪਰਮਾਤਮਾ ਸਦੀਵ ਹੈ, ਉਹਦਾ ਨਾਮ ਵੀ ਸਦੀਵ ਹੈ। ਤਾਂ ਇਸ ਲਈ ਮੌਤ ਦਾ ਉਹਦੇ ਵਿੱਚ ਕੋਈ ਹਿੱਸਾ ਨਹੀਂ ਹੈ, ਕੋਈ ਉਹਦੇ ਤੇ ਜ਼ੋਰ ਨਹੀਂ ਹੈ। ਤਾਂ ਹੁਣ ਅਸੀਂ ਨਾਲ ਹੀ ਅਗਲੀ ਪੰਕਤੀ ਪੜ੍ਹ ਰਹੇ ਹਾਂ ਕਿ ਜੇ ਰਸਨ ਚਾਖਿਓ, ਵੀ ਜਿਨ੍ਹਾਂ ਨੇ ਰਸਨਾ ਦੇ ਨਾਲ ਉਹਦਾ ਨਾਮ ਚਖਿਆ। ਤੇ ਰਸਨਾ ਦੇ ਨਾਲ ਤਾਂ ਅਸੀਂ ਕੋਈ ਸਥੂਲ ਚੀਜ਼ ਹੈ ਉਹੀ ਚੱਖ ਸਕਦੇ ਹਾਂ। ਤਾਂ ਇਹ ਸਿਰਫ ਇੱਕ ਮੁਹਾਵਰੇ ਦੇ ਰੂਪ ਦੇ ਵਿੱਚ, ਜਾਂ ਇਉਂ ਕਹੋ ਕਿ ਬਈ ਜਿਹੜੀ ਸ਼ਬਦਾਵਲੀ ਨੂੰ ਅਸੀਂ ਸੌਖੇ ਤਰੀਕੇ ਦੇ ਨਾਲ ਸਮਝ ਸਕਦੇ ਹਾਂ, ਉਹ ਲਫ਼ਜ਼ ਵਰਤੇ ਜਾਂਦੇ ਹਨ। ਅਦਰਵਾਈਜ਼ ਪਰਮਾਤਮਾ ਦਾ ਨਾਮ ਕੋਈ ਇਹ ਤਾਂ ਲਿਕੁਇਡ ਜਾਂ ਕੋਈ ਸੋਲੂਸ਼ਨ ਤਾਂ ਹੈ ਨਹੀਂ ਹੈ ਜਿਹਨੂੰ ਅਸੀਂ ਜੀਭ ਦੇ ਉੱਤੇ ਰੱਖ ਕੇ ਤੇ ਉਹਦਾ ਸਵਾਦ ਚੱਖ ਸਕਦੇ ਹਾਂ। ਚਖਣਾ ਵੀ ਜੀਭ ਦਾ ਕਰਮ ਹੈ। ਜਿਹੜੀ ਚੀਜ਼ ਜੀਭ ਦੇ ਉੱਤੇ ਰੱਖੀ ਜਾਂਦੀ ਹੈ, ਜੀਭ ਦੇ ਅੰਦਰ ਟੇਸਟ ਬਡ ਹਨ, ਉਹ ਉੱਥੋਂ ਉਹਦਾ ਸਵਾਦ ਦੀ ਸੈਂਸੇਸ਼ਨ ਹੋ ਕੇ ਬਣ ਕੇ ਤੇ ਸਾਡੇ ਦਿਮਾਗ ਨੂੰ ਉਹਦਾ ਸਿਗਨਲ ਜਾਂਦਾ ਹੈ ਤੇ ਸਾਨੂੰ ਟੇਸਟ ਆ ਜਾਂਦਾ ਹੈ, ਸਾਨੂੰ ਸਵਾਦ ਪਤਾ ਲੱਗਦਾ ਹੈ। ਤਾਂ ਜਿਹੜੀ ਵੀ ਚੀਜ਼ ਜੀਭ ਦੇ ਉੱਤੇ ਰੱਖੀ ਜਾਂਦੀ ਹੈ, ਅਸੀਂ ਇਹ ਐਕਸੈਪਟ ਕਰ ਲੈਂਦੇ ਹਾਂ ਵੀ ਉਹਦਾ ਸਾਨੂੰ ਸਵਾਦ ਪਤਾ ਲੱਗ ਜਾਂਦਾ ਹੈ। ਤਾਂ ਇਸ ਲਈ ਕਿਉਂਕਿ ਹੁਣ ਜੀਭ ਦਾ ਕੰਮ ਇੱਕ ਨਿਰਾ ਸਵਾਦ ਚਖਣਾ ਹੀ ਨਹੀਂ ਹੈ, ਜੀਭ ਦਾ ਕੰਮ ਬੋਲਣਾ ਵੀ ਹੈ। ਤਾਂ ਜਿਹੜੇ ਲਫ਼ਜ਼ ਜਿਹੜੀਆਂ ਗੱਲਾਂ ਅਸੀਂ ਜੀਭ ਦੇ ਰਾਹੀਂ ਕਰਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਸਮਝਾਉਣ ਵਾਸਤੇ ਇਹ ਅਸਿਊਮ ਕਰ ਲੈਂਦੇ ਹਾਂ ਵੀ ਜਿਹੜੀ ਗੱਲ ਜੀਭ ਕਰੇਗੀ ਉਹ ਮਾਨੋ ਉਹਦਾ ਸਵਾਦ ਵੀ ਉਹਦੇ ਨਾਲ ਹੀ ਸਾਨੂੰ ਪਤਾ ਲੱਗ ਜਾਏਗਾ, ਕਿਉਂਕਿ ਜੀਭ ਦਾ ਸਵਾਦ ਪਰਖ ਲੈਂਦੀ ਹੈ। ਤਾਂ ਇਸ ਲਈ ਜੇ ਰਸਨਾ ਤੋਂ ਪ੍ਰਭੂ ਦਾ ਨਾਮ ਉਚਾਰਨ ਕੀਤਾ ਜਾਵੇ ਤਾਂ ਉਹਨੂੰ ਐਕਸਪ੍ਰੈਸ ਕਰਨ ਵਾਸਤੇ ਇਹ ਗੱਲ ਆਖੀ ਜਾਂਦੀ ਹੈ ਵੀ ਰਸਨਾ ਨਾਲ ਨਾਮ ਅੰਮ੍ਰਿਤ ਦਾ ਸਵਾਦ ਵੀ ਚੱਖ ਲਿਆ ਜਾਵੇ। ਤਾਂ ਲਿਟਰਲੀ ਇਹ ਚੀਜ਼ ਨਹੀਂ ਹੈ ਕਿ ਬਈ ਕੋਈ ਅੰਮ੍ਰਿਤ ਰੂਪੀ ਸੋਲੂਸ਼ਨ ਹੈ ਜਿਹਨੂੰ ਅਸੀਂ ਜੀਭ ਦੇ ਉੱਤੇ ਰੱਖ ਕੇ ਉਹਦਾ ਸਵਾਦ ਚੱਖ ਰਹੇ ਹਾਂ। ਇਹਦਾ ਭਾਵ ਸਿਰਫ ਇਹੀ ਹੈ ਕਿ ਮੂੰਹ ਤੋਂ ਰਸਨਾ ਦੁਆਰਾ ਜੇ ਪ੍ਰਭੂ ਦਾ ਨਾਮ ਉਚਾਰਨ ਕੀਤਾ ਜਾਵੇ
ਤਾਂ ਮਾਨੋ ਉਹਦਾ ਸਵਾਦ ਸਾਡੀ ਰਸਨਾ ਨੂੰ ਆ ਜਾਂਦਾ ਹੈ। ਇਹਦਾ ਭਾਵ ਇਹੀ ਹੈ ਕਿ ਪ੍ਰਭੂ ਦੇ ਨਾਮ ਦੇ ਲੈਣ ਦੇ ਨਾਲ ਜੋ ਇੱਕ ਸੈਂਸੇਸ਼ਨ, ਜੋ ਇੱਕ ਮਨ ਦੇ ਅੰਦਰ ਵਲਵਲਾ ਉੱਠਦਾ ਹੈ, ਉਹ ਐਸਾ ਪਲੇਜ਼ੈਂਟ ਵਲਵਲਾ ਹੈ ਕਿ ਮਾਨੋ ਜੀਭ ਜਿਹੜੀ ਹੈ ਉਹ ਸਵਾਦ ਨਾਲ ਭਰਪੂਰ ਹੋ ਜਾਂਦੀ ਹੈ। तो अमृत हर को नाम लैत मन सब सुख पाए, जे रसन चाख्यो ते जन त्रिपत अगाए। त्रिपत का मतलब हुंदा है सैटिस्फाई हो जाना, अगाए का मतलब हुंदा है रज जाना। आम तौर ते असी रजदे या त्रिपत कदों हुंदे हां, जदों सानू भोजन मिल जाता है, असी भोजन छक लेंदे हां, खा लेंदे हां, ते जिन्नी सानू भुख हुंदी है वो भुख के मुताबिक सानू पूरा भोजन मिल जाता है, ते असी कहंदे हां भी हाँ हुण असी रज गए हां, ਹੁਣ ਅਸੀਂ ਤ੍ਰਿਪਤ ਹੋ ਗਏ, ਹੁਣ ਕਿਸੇ ਹੋਰ ਚੀਜ਼ ਨੂੰ ਖਾਣ ਦੀ ਸਾਨੂੰ ਲੋੜ ਨਹੀਂ ਹੈ। ਪਰ ਇੱਥੇ ਉਸ ਕੰਟੈਕਸਟ ਦੀ ਗੱਲ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਹੈ ਕਿ ਜਿੰਨੇ ਵੀ ਰਸਨਾ ਦੇ ਨਾਲ ਅੰਮ੍ਰਿਤ ਨਾਮ ਨੂੰ ਚੱਖਿਆ ਹੈ ਉਹ ਰੱਜ ਜਾਂਦਾ ਹੈ, ਉਹ ਤ੍ਰਿਪਤ ਹੋ ਜਾਂਦਾ ਹੈ। तो ਇਹਦਾ ਭਾਵ ਅਰਥ ਕੀ ਹੈ ਕਿ ਜਿਹੜੇ ਮਨੁੱਖ ਵੀ ਪਰਮਾਤਮਾ ਦਾ ਨਾਮ ਹਿਰਦੇ 'ਚ ਵਸਾਉਂਦੇ ਹਨ ਉਹਨਾਂ ਨੂੰ ਸਭ ਸੁੱਖ ਪ੍ਰਾਪਤ ਹੁੰਦੇ ਹਨ। ਜਿਹੜੇ ਰਸਨਾ ਨਾਲ ਉਹਦਾ ਨਾਮ ਲੈਂਦੇ ਹਨ ਉਹਨਾਂ ਦੇ ਮਨ ਦੀਆਂ ਇੱਛਾਵਾਂ खत्म हो जाती हैं, उन्होंने दुनियावी होर चीज़ों की तांग खत्म हो जाती है, तो मानो वो रज जाते हैं। आम तौर पर सानू भुख कदों लगती है, जो सानू पहला मन के इच्छा पैदा होती है भी कोई अंदर कमजोरी आ गई है, कोई सानू लोड़ है, कमी है, साढ़े अंदर एनर्जी की कमी है, सानू भुख लग रही है, सेंसेशन हो रही है, तो कुछ खाने की जरूरत है। पर जे असी पूरा भोजन कर लीए उस तो बाद ਸਧਾਰਨ ਹਾਲਾਤਾਂ ਦੇ ਅੰਦਰ ਸਾਨੂੰ ਹੋਰ ਖਾਣ ਦੀ ਇੱਛਾ ਨਹੀਂ ਹੁੰਦੀ ਹੈ। ਲਾਲਚ ਦੇ ਬਸ ਭਾਵੇਂ ਅਸੀਂ ਕੰਟਰੋਲ ਨਾ ਰੱਖੀਏ ਤੇ ਫालतू ਵੀ ਖਾ ਜਾਈਏ, ਪਰ ਨਾਰਮਲ ਹਾਲਾਤਾਂ ਦੇ ਅੰਦਰ ਜਦੋਂ ਸਾਡੀ ਭੁੱਖ ਮਿਟ ਜਾਵੇ, ਜਿੰਨੀ ਜ਼ਰੂਰਤ ਹੈ ਉਹਨਾਂ ਖਾਣਾ ਅਸੀਂ ਖਾ ਲਈਏ ਤੇ ਉਸ ਤੋਂ ਬਾਅਦ ਫਿਰ ਖਾਣ ਦੀ ਇੱਛਾ ਨਹੀਂ ਰਹਿੰਦੀ, ਅਸੀਂ ਰੱਜ ਜਾਂਦੇ ਹਾਂ। ਤੋ ਜੇ ਦੁਨਿਆਵੀ ਵਸਤੂਆਂ ਦੀਆਂ ਸਾਨੂੰ ਲੋੜਾਂ ਮਹਿਸੂਸ ਹੁੰਦੀਆਂ ਨੇ ਤਾਂ ਸਾਡੇ ਅੰਦਰ ਉਹਨਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਬਣੀ ਰਹਿੰਦੀ ਹੈ। ਪਰ ਜੇ ਉਹ ਇੱਛਾਵਾਂ ਵੀ ਪੂਰੀਆਂ ਹੋ ਜਾਣ ਤਾਂ ਫਿਰ ਸਾਨੂੰ ਹੋਰ ਚੀਜ਼ਾਂ ਦੀ ਇੱਛਾ, ਉਹਨਾਂ ਚੀਜ਼ਾਂ ਦੀ ਫਿਰ ਇੱਛਾ ਖਤਮ ਹੋ ਜਾਂਦੀ ਹੈ ਤੇ ਅਸੀਂ ਕਹਿੰਦੇ ਆ ਵੀ ਸਾਨੂੰ ਜੋ ਚਾਹੀਦਾ ਸੀ ਉਹ ਮਿਲ ਗਿਆ ਤਾਂ ਅਸੀਂ ਰੱਜ ਗਏ ਹਾਂ। ਤੋ ਜਿਹੜੇ ਬੰਦੇ ਪ੍ਰਭੂ ਦਾ ਨਾਮ ਲੈਂਦੇ ਹਨ ਉਸ ਨਾਮ ਲੈਣ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਐਸਾ ਸੁੱਖ ਸ਼ਾਂਤੀ ਦਾ ਅਹਿਸਾਸ ਹੋ ਜਾਂਦਾ ਹੈ ਕਿ ਉਹਨਾਂ ਨੂੰ ਹੋਰ ਦੁਨਿਆਵੀ ਸੁੱਖ ਆਰਾਮ ਦੇ ਸਾਧਨਾਂ ਦੀਆਂ ਇੱਛਾਵਾਂ ਜਿਹੜੀਆਂ ਨੇ ਉਹ ਮਨ ਦੇ ਵਿੱਚੋਂ ਮਿਟ ਜਾਂਦੀਆਂ ਨੇ, ਲੋੜ ਹੀ ਨਹੀਂ ਰਹਿੰਦੀ, ਤਾਂ ਫਿਰ ਮਾਨੋ ਉਹ ਵੀ ਰੱਜ ਜਾਂਦੇ ਹਨ। तो ये एक सेंसेशन, एक एहसास है मन के अंदर कि जिथे विच इच्छावां खत्म हो जांदियां हन तो बंदा जिहड़ा है वो ये महसूस करता है कि हुण मैं रज गया हाँ, तृप्त हो गया हाँ, मैनूं होर कोई किसी चीज़ दीयां इच्छावां नहीं हन। तो माया दे पदार्थां दी इच्छावां मन दे अंदरों मुक जांदियां ने जिहड़े प्रभु दा नाम रसना नाल भी उच्चारण करदे हन। इस तो अगे गुरु साहब फरमाते हैं कि जे ठाकुर सुप्रसन्न पयो सत संगत तह प्यार, हर गुर नानक जिन परस्यो तिन सब कुल कियो उधार। जिदे उत्ते भी ठाकुर सुप्रसन्न भयो, ठाकुर परमात्मा वास्ते आया है, परमात्मा सुप्रसन्न, प्रसन्न का अर्थ भी है प्रसन्न हो जाना, जिदे उत्ते उहदी बख्शिश हो जावे। सुप्रसन्न तो भाव भी है जिदे उत्ते उहदी बख्शिश हो जावे, जिदे उत्ते परमात्मा खुश हो जावे, दयावान हो जावे, जिदे उत्ते मेहर करे। सत संगत ते प्यार, उन्हां दा सत्संगत दे नाल प्यार पै जांदा है। जे और ते ये दोनों लफ्ज आपस विच लिंक्ड हन। जे ठाकुर सुप्रसन्न पयो, जिन्हां दे उत्ते ठाकुर प्रसन्न पयो, पयो मैंने हो जांदा है। सत संगत ते प्यार, सत्संगत दे तत्ते नूं सियारी है, सत्संगत दे नाल ते उन्हां दा प्यार पै जांदा है। तो जिन्हां दे उत्ते परमात्मा की बख्शिश हुंदी है उन्हां दा संगत दे नाल, सत्संगत दे नाल प्यार पै जांदा है। सत्संगत की है? सच की संगत, जिथे सच की गल कीती जावे। गुरबाणी दे अंदर इस गल नूं बड़े खूबसूरत ढंग नाल एक होर जगह भी इस तरह बयान किया गया है कि सत्संगत कैसी जानी है जिथे एको नाम वखाणी है, जिथे केवल ते केवल परमात्मा के नाम की ही व्याख्या हुंदी है, उहदी ही विचार हुंदी है, उसनूं ही सत्संगत कहा जाता है। तो जिन्हां दे परमात्मा की बख्शिश हुंदी है उन्हां दा ऐसी सत्संगत दे नाल प्यार पै जाता है। हर गुरु नानक जिन परस्यो, हरि दा रूप गुरु नानक
ਜਿਨ੍ਹਾਂ ਨੇ ਵੀ ਉਸ ਨੂੰ ਪਰਸਿਆ ਹੈ, ਉਹਨੂੰ ਛੂਹਿਆ ਹੈ। ਪਰਸਿਓ ਦਾ ਲਿਟਰਲ ਮੀਨਿੰਗ ਹੈ ਛੋਹਣਾ, ਪਰ ਇੱਥੇ ਛੋਹਣ ਦਾ ਭਾਵ ਕੀ ਹੈ ਕਿ ਜਿਨ੍ਹਾਂ ਨੇ ਵੀ ਗੁਰੂ ਨਾਨਕ ਦੀ ਸਿੱਖਿਆ ਨੂੰ ਸੁਣਿਆ, ਵਿਚਾਰਿਆ ਤੇ ਅਪਣਾਇਆ ਹੈ। ਜਿਨ੍ਹਾਂ ਨੇ ਵੀ ਗੁਰੂ ਨਾਨਕ ਦੀ ਸਿੱਖਿਆ ਨੂੰ ਸੁਣ ਕੇ, ਵਿਚਾਰ ਕਰਕੇ ਜੀਵਨ ਵਿੱਚ ਅਪਣਾ ਲਿਆ ਹੈ, ਅਸਲ ਵਿੱਚ ਉਹਨਾਂ ਨੇ ਹੀ ਗੁਰੂ ਨਾਨਕ ਨੂੰ ਪਰਸਿਆ ਹੈ। ਨਹੀਂ ਤਾਂ ਗੁਰੂ ਨਾਨਕ ਨੂੰ ਫਿਜ਼ੀਕਲ ਰੂਪ ਦੇ ਅੰਦਰ ਤਾਂ ਅਨੇਕਾਂ ਲੋਕਾਂ ਨੇ ਦਰਸ਼ਨ ਵੀ ਕੀਤੇ, ਤੇ ਜਿਹੜੇ ਉਹਨਾਂ ਦੇ ਘਰ ਦੇ ਮੈਂਬਰ ਨੇ ਉਹਨਾਂ ਨੇ ਬੜੀ ਵਾਰੀ ਪਰਸਨ ਵੀ ਕੀਤੇ ਹੀ ਹੋਣਗੇ, ਫਿਜ਼ੀਕਲੀ ਉਹਨਾਂ ਨੂੰ ਛੂਹਿਆ ਵੀ ਹੋਏਗਾ। ਪਰ ਨਿਰਾ ਫਿਜ਼ੀਕਲ ਛੂਹਣ ਦੀ ਗੱਲ ਇੱਥੇ ਨਹੀਂ ਹੋ ਰਹੀ, ਗੱਲ ਹੋ ਰਹੀ ਹੈ ਗੁਰੂ ਨਾਨਕ ਦੀ ਸਿੱਖਿਆ ਤੋਂ ਲਾਭ ਪ੍ਰਾਪਤ ਕਰਨ ਦੀ। ਜਿਨ੍ਹਾਂ ਨੇ ਵੀ ਗੁਰੂ ਨਾਨਕ ਦੀ ਸਿੱਖਿਆ ਨੂੰ ਸੁਣ ਕੇ, ਮਨ ਵਿੱਚ ਰੱਖ ਕੇ, ਵਿਚਾਰ ਕੇ ਤੇ ਜੀਵਨ ਵਿੱਚ ਅਪਣਾ ਲਿਆ, ਤਿੰਨ ਸਭ ਕੁਲ ਕੀਓ ਉਧਾਰ। ਇੱਥੇ ਵੀ ਚਿੰਨ ਔਰ ਤਿੰਨ ਦਾ ਸੰਬੰਧ ਹੈ। ਜਿਨ੍ਹਾਂ ਨੇ ਪਰਸਿਆ, ਜਿਨ੍ਹਾਂ ਨੇ ਸਿੱਖਿਆ ਲਈ, ਜਿਨ੍ਹਾਂ ਨੇ ਜੀਵਨ ਵਿੱਚ ਅਪਣਾਈ, ਤਿੰਨ ਉਹਨਾਂ ਨੇ ਸਭ ਕੁਲ ਕੀਓ ਉਧਾਰ, ਆਪਣੀ ਸਾਰੀ ਕੁਲ ਦਾ ਵੀ ਉਧਾਰ ਕਰ ਲਿੱਤਾ। ਕੁਲ ਦਾ ਉਧਾਰ ਕਿਵੇਂ ਹੁੰਦਾ ਹੈ? ਕਿਉਂਕਿ ਜਿਸ ਪਰਿਵਾਰ ਵਿੱਚ ਬੰਦਾ ਵਸਦਾ ਹੈ, ਉਹਦੇ ਆਚਰਣ ਦਾ, ਉਹਦੀਆਂ ਗੱਲਾਂ ਬਾਤਾਂ ਦਾ ਪਰਿਵਾਰ ਦੇ ਦੂਜੇ ਮੈਂਬਰਾਂ ਦੇ ਉੱਤੇ ਵੀ ਅਸਰ ਪੈਂਦਾ ਹੈ। ਜਿਹਦਾ ਆਪਣਾ ਆਚਰਣ ਚੰਗਾ ਹੋਵੇ, ਉਹਦੇ ਘਰ ਦੇ ਮੈਂਬਰਾਂ ਦੇ ਉੱਤੇ ਵੀ ਕੁਝ ਨਾ ਕੁਝ ਅਸਰ ਜ਼ਰੂਰ ਉਹਦਾ ਪੈਂਦਾ ਹੈ। ਉਹਨੂੰ ਵੇਖ ਕੇ ਦੂਜਿਆਂ ਨੂੰ ਵੀ ਰੀਸ ਆਉਂਦੀ ਹੈ ਤੇ ਉਹਨਾਂ ਵਿੱਚੋਂ ਵੀ ਬਹੁਤੀ ਵਾਰੀ ਕੁਝ ਨਾ ਕੁਝ ਗੁਣ ਅਪਣਾ ਲਏ ਜਾਂਦੇ ਹਨ। 100% ਨਾ ਵੀ ਸਹੀ, ਪਰ ਕੁਝ ਨਾ ਕੁਝ ਤਾਂ ਉਹਦੇ ਕੋਲੋਂ ਘਰ ਦੇ ਮੈਂਬਰ ਸਿੱਖ ਲੈਂਦੇ ਹਨ। ਇਹ ਵੱਖਰੀ ਗੱਲ ਹੈ ਕਿ ਘਰ ਦਾ ਮੈਂਬਰ ਕੋਈ ਜ਼ਿੱਦੀ ਵੀ ਹੋ ਸਕਦਾ ਹੈ, ਜਿਹੜਾ ਕਹੇ ਮੈਂ ਨਾ ਮਾਨੂੰ, ਜੋ ਵੀ ਗੱਲ ਆਖੇਗਾ ਜਾਂ ਜੋ ਗੱਲ ਵੀ ਉਹ ਬਜ਼ੁਰਗ ਕਰੇਗਾ ਮੈਂ ਤਾਂ ਉਹਦੇ ਉਲਟ ਹੀ ਕਰਾਂਗਾ। ਇਹ ਮੁਮਕਿਨ ਹੈ, ਪਰ ਸਧਾਰਨ ਹਾਲਾਤਾਂ ਦੇ ਅੰਦਰ ਘਰ ਦੇ ਮੈਂਬਰਾਂ ਪਾਸੋਂ ਦੂਜੇ ਘਰ ਦੇ ਮੈਂਬਰ ਵੀ ਕੁਝ ਨਾ ਕੁਝ ਸਿੱਖ ਲੈਂਦੇ ਹਨ, ਹਾਸਲ ਕਰ ਲੈਂਦੇ ਹਨ। ਤਾਂ ਉਹਦੀ ਕਨਸਟੈਂਟ ਸੰਗਤ ਦੇ ਕਰਕੇ ਉਹਦੇ ਘਰ ਦੇ ਜੀਆਂ ਦਾ, ਉਹਦੀ ਆਸ-ਪਾਸ ਉਹਨੂੰ ਮਿਲਣ ਵਾਲੇ ਕੁੱਲ ਦੇ ਅੰਦਰ ਘਰ ਦੇ ਮੈਂਬਰ, ਅੱਗੋਂ ਉਹਨਾਂ ਦੇ ਬਾਲ ਬੱਚੇ ਤੇ ਨਾਤੇ ਰਿਸ਼ਤੇ ਨਾਤੇ ਵਾਲੇ ਵੀ ਸਭ ਵਿੱਚ ਆ ਜਾਂਦੇ ਹਨ। ਆਪ ਜਿਨ੍ਹਾਂ ਦੇ ਨਾਲ ਵੀ ਉਸ ਇਨਸਾਨ ਦਾ ਵਰਤੋਂ ਵਿਹਾਰ ਹੈ, ਜਿਸ ਇਨਸਾਨ ਨੇ ਗੁਰੂ ਨਾਨਕ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਹੈ, ਉਹ ਆਪ ਤਾਂ ਤਰੱਕੀ, ਆਤਮਕ ਤੌਰ ਤੇ ਤਰੱਕੀ ਕਰਦਾ ਹੀ ਹੈ। ਉਹਦੀ ਸੰਗਤ ਦੇ ਸਦਕਾ ਉਹਦੇ ਨਾਲ ਮੇਲ ਮਿਲਾਪ ਕਰਨ ਵਾਲਿਆਂ ਦਾ ਵੀ ਉਧਾਰ ਹੋ ਜਾਂਦਾ ਹੈ। ਉਹਨਾਂ ਦੇ ਜੀਵਨ ਦੇ ਵਿੱਚ ਵੀ ਇੰਪਰੂਵਮੈਂਟ ਆ ਜਾਂਦੀ ਹੈ, ਉਹਨਾਂ ਦਾ ਜੀਵਨ ਵੀ ਉੱਚਾ ਹੋ ਜਾਂਦਾ ਹੈ। ਗੁਰੂ ਇਤਿਹਾਸ ਦੇ ਅੰਦਰ ਐਸੀਆਂ ਅਨੇਕਾਂ ਸਾਖੀਆਂ ਹਨ ਕਿ ਜਿਹੜੇ ਗੁਰੂ ਕੇ ਸਿੱਖ ਆਪਣੇ ਜੀਵਨ ਦੇ ਅੰਦਰ ਗੁਰੂ ਦੀ ਸਿੱਖਿਆ ਨੂੰ ਪ੍ਰੈਕਟੀਕਲੀ ਪੂਰਨ ਤੌਰ ਦੇ ਉੱਤੇ ਇੰਪਲੀਮੈਂਟ ਕਰਦੇ ਸੀਗੇ। ਉਹ ਭਾਵੇਂ ਵਪਾਰ ਦੇ ਸਿਲਸਿਲੇ 'ਚ ਵੀ ਜੇ ਕਿਧਰੇ ਗਏ ਤਾਂ ਉਹਨਾਂ ਦੇ ਜੀਵਨ ਦੀ ਸ਼ੈਲੀ ਨੂੰ ਦੇਖ ਕੇ ਉਹਨਾਂ ਦੇ ਆਸ-ਪਾਸ ਦੇ ਲੋਕਾਂ ਨੇ ਵੀ, ਜਿਨ੍ਹਾਂ ਦੇ ਨਾਲ ਵੀ ਉਹਨਾਂ ਦਾ ਸੰਬੰਧ ਬਣਿਆ, ਉਹਨਾਂ ਨੇ ਵੀ ਗੁਰੂ ਦੇ ਲੜ ਲੱਗਣ ਦਾ ਉਹਨਾਂ ਦੇ ਮਨ ਵਿੱਚ ਵੀ ਚਾਅ ਪੈਦਾ ਹੋਇਆ। ਚਾਹੇ ਉਹ ਮਨਸੁਖ ਸੀ, ਚਾਹੇ ਭਾਈ ਭਗੀਰਥ ਸੀ, ਤੋਂ ਉਹ ਭਾਵੇਂ ਵਪਾਰ ਦੇ ਸਿਲਸਿਲੇ ਵਿੱਚ ਹੀ ਕਿਧਰੇ ਗਏ, ਪਰ ਉਹਨਾਂ ਨੂੰ ਦੇਖ ਕੇ, ਉਹਨਾਂ ਦੀ ਜੀਵਨ ਸ਼ੈਲੀ ਨੂੰ ਦੇਖ ਕੇ ਰਾਜੇ ਸ਼ਿਵਨਾਥ ਵਰਗਿਆਂ ਨੂੰ ਵੀ ਮਨ ਦੇ ਅੰਦਰ ਚਾਅ ਆਇਆ ਕਿ ਮੈਂ ਵੀ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਾਂ। ਤੋਂ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਦੇ ਸਿੱਖ ਦਾ ਨਿਤਾ ਪ੍ਰਤੀ ਦਾ ਮੇਲ ਜੋਲ ਹੈ, ਉਹਨਾਂ ਦੇ ਉੱਤੇ ਤਾਂ ਫਿਰ ਅਸਰ ਪੈਣਾ ਹੀ ਚਾਹੀਦਾ ਹੈ। ਅਗਰ ਜੇ ਉਹਦੇ ਆਪਣੇ ਜੀਵਨ ਦੇ ਅੰਦਰ ਗੁਰੂ ਨਾਨਕ ਦੀ ਸਿੱਖਿਆ ਝਲਕਦੀ ਹੈ ਤਾਂ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ। ਤੋਂ ਹਰੀ ਦਾ ਰੂਪ ਗੁਰੂ ਨਾਨਕ ਨੂੰ ਜਿਨ੍ਹਾਂ ਨੇ ਵੀ ਉਹਦੇ ਉਪਦੇਸ਼ ਨੂੰ ਸੁਣ ਕੇ, ਮਨ 'ਚ ਵਸਾ ਕੇ ਜੀਵਨ ਦੇ ਵਿੱਚ ਅਪਣਾ ਲਿਆ ਹੈ, ਉਹ ਆਪਣੀ ਕੁਲ ਦਾ ਵੀ ਉਧਾਰ ਕਰ ਲੈਂਦੇ ਹਨ। ਅਗਲਾ ਸੋਈਆ 7 ਨੰਬਰ ਆਰੰਭ ਹੁੰਦਾ ਹੈ। ਸੱਚ ਸਭਾ ਦੀਵਾਨ ਸੱਚ, ਸੱਚੇ ਪੈ ਧਰਿਓ, ਸੱਚਾ ਤਖਤ ਨਿਵਾਸ ਸੱਚ, ਸੱਚਾ ਤਖਤ ਨਿਵਾਸ ਸੱਚ, ਤਪਾਵਸ ਕਰਿਓ। ਅਕਾਲ ਪੁਰਖ ਦੀ ਸਭਾ, ਸੱਚ ਸਭਾ ਦੀਵਾਨ ਸੱਚ। ਅਕਾਲ ਪੁਰਖ ਦੀ ਸਭਾ ਵੀ ਸੱਚ ਹੈ ਤੇ ਉਹਦੀ ਕਚਹਿਰੀ ਦੀਵਾਨ, ਉਹਦੀ ਕਚਹਿਰੀ ਵੀ ਸੱਚ ਹੈ। ਹੁਣ ਇਹ ਗੱਲ ਵੀ ਥੋੜੀ ਜਿਹੀ ਵਿਆਖਿਆ ਮੰਗਦੀ ਹੈ। ਪਰਮਾਤਮਾ ਦੀ ਸਭਾ ਕਿਹੜੀ ਹੈ, ਪਰਮਾਤਮਾ ਦੀ ਕਚਹਿਰੀ ਕਿਹੜੀ ਹੈ? ਇਹ ਗੱਲ ਵੀ ਹੁਣ ਸਿਰਫ ਸਾਡੇ ਲੋਕਾਂ ਨੂੰ ਗੱਲ ਸਮਝਾਉਣ ਵਾਸਤੇ ਇਹ ਸ਼ਬਦ ਲਫ਼ਜ਼ ਵਰਤੇ ਜਾਂਦੇ ਹਨ। ਪਰਮਾਤਮਾ ਨਿਰਾਕਾਰ ਹੈ, ਉਹ ਸਰਵ ਵਿਆਪਕ ਹੈ, ਸਭ ਦੇ ਅੰਦਰ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ ਸਭ ਜਗ੍ਹਾ ਤੇ। ਪਰ ਇਨਸਾਨ ਨੂੰ ਨਿਰਾਕਾਰ ਔਰ ਜੋ ਐਬਸਟ੍ਰੈਕਟ ਉਹਦੇ ਕੁਆਲਿਟੀਆਂ ਨੇ, ਉਹਨਾਂ ਨੂੰ ਸਮਝਣ ਦੇ ਵਿੱਚ
ਦਿੱਕਤ ਆਉਂਦੀ ਹੈ। ਇਮੇजिन ਕਰਨਾ, ਕੋਈ ਸੋਚ ਦੇ ਵਿੱਚ ਲਿਆਣਾ, ਉਸ ਗੱਲ ਨੂੰ ਸਮਝਣਾ ਹਰ ਇਨਸਾਨ ਵਾਸਤੇ ਸੌਖਾ ਨਹੀਂ ਹੁੰਦਾ। ਤੋ ਆਮ ਬੰਦਿਆਂ ਦੀ ਜਿੰਨੀ ਕੋ ਸੋਚ ਦਾ ਲੈਵਲ ਹੁੰਦਾ ਹੈ, ਜਿੰਨੀ ਕੋ ਸੂਝ-ਬੂਝ ਹੁੰਦੀ ਹੈ, ਉਹਨਾਂ ਦੇ ਵਿੱਚ ਉਹਨਾਂ ਨੂੰ ਗੱਲ ਸਮਝਾਉਣ ਵਾਸਤੇ ਇਹੋ ਜਿਹੀ ਸ਼ਬਦਾਵਲੀ, ਇਹੋ ਜਿਹੀਆਂ ਮਿਸਾਲਾਂ ਵਰਤਣੀਆਂ ਪੈਂਦੀਆਂ ਹਨ, ਜਿਹੜੀਆਂ ਉਹਨਾਂ ਦੇ ਆਮ ਜੀਵਨ ਦੇ ਵਿੱਚ ਉਹਨਾਂ ਨੇ ਵਰਤਦੀਆਂ ਹੋਈਆਂ, ਆਪੋ ਆਮਨੇ ਸਾਹਮਣੇ ਹੁੰਦੀਆਂ ਹੋਈਆਂ ਦੇਖੀਆਂ ਹੁੰਦੀਆਂ ਹਨ। ਤੋ ਆਪ ਸਮਾਜ ਦੇ ਅੰਦਰ ਲੋਕਾਂ ਨੇ ਇਕੱਠ, ਜਿੱਥੇ ਲੋਕੀ ਇਕੱਠੇ ਹੋ ਕੇ ਗੱਲਬਾਤਾਂ ਕਰਦੇ ਨੇ, ਜਾਂ ਜਿੱਥੇ ਕਚਹਿਰੀ ਲੱਗਦੀ ਹੈ, ਇਹੋ ਜਿਹੀ ਚੀਜ਼ਾਂ ਹਰ ਕਿਸੇ ਨੇ ਵੇਖੀਆਂ ਹੁੰਦੀਆਂ ਹਨ ਔਰ ਉਹਨਾਂ ਦੀ ਸਮਝ ਦੇ ਵਿੱਚ ਆਈਆਂ ਹੁੰਦੀਆਂ ਹਨ। ਤੋ ਇਸ ਕਰਕੇ परमात्मा ਦੀ ਅਥਾਰਟੀ ਦਿਖਾਉਣ ਵਾਸਤੇ, परमात्मा ਦੀ ਜੋ ਹੈ ਯਾਦ ਨੂੰ ਦ੍ਰਿੜ ਕਰਾਉਣ ਵਾਸਤੇ ਇਹਨਾਂ ਚੀਜ਼ਾਂ ਦੀ ਮਿਸਾਲ ਲੈ ਲਈ ਜਾਂਦੀ ਹੈ ਕਿ ਭਈ ਦੁਨਿਆਵੀ ਸਭਾਵਾਂ ਜਿਹੜੀਆਂ ਨੇ ਉਹ ਤਾਂ ਟੈਂਪਰੇਰੀ ਨੇ, ਕੁਝ ਸਮਾਂ ਰਹਿਣ ਵਾਲੀਆਂ ਨੇ। ਦੁਨਿਆਵੀ ਕਚਹਿਰੀਆਂ ਜਿਹੜੀਆਂ ਨੇ ਉਹ ਤਾਂ ਥੋੜ ਚਿਰੀਆਂ ਨੇ, ਟੈਂਪਰੇਰੀ ਨੇ। ਪਰ ਉਹਨਾਂ ਦੇ ਮੁਕਾਬਲੇ परमात्मा ਦੀ ਕਚਹਿਰੀ ਜਿਹੜੀ ਹੈ ਉਹ ਸਦਾ ਰਹਿਣ ਵਾਲੀ ਹੈ। सच सभा दीवान सच सच्चे पै धरियो। तो उस परमात्मा की सभा सच है, सदा कायम रहने वाली है, ते ओदी कचहरी भी सच्ची है। तो दुनियावी कचहरियां जड़ियां न जो सच्चियां नहीं हैं तो वो झूठियां हैं। झूठियां तो भाव की है कि वो टैंपरेरी हैं। अज उन्हां दी ताकत है, उन्हां दी शक्ति है कि वो किसी बंदियां नूं बुला के उन्हां दा मुकदमा सुन सकदियां हैं, उन्हां नूं फैसला सुना सकदियां हैं। कल नूं कुछ हालात बदल जान, वो कचहरियां दी कोई होंद ही ना रवे। तो ये सब चीज़ां टैंपरेरी हैं। ना वो बंदे रहन, ना ही बंदे अटेंड करने वाले रहन, तो वो कचहरियां भी खत्म हो जांदियां हैं। तो इसे तरह ही जिहड़ियां इंसानां दीयां सभावां ने वो भी थोड़ चिरियां हुंदियां ने। पर ये सब कुछ दे उल्ट परमात्मा दी नाल संबंधित जो भी चीज़ है वो सच है, सदा कायम रहने वाली है। तो इस चीज़ नूं ਉਹਦੀ सदा कायम रहने वाले गुण ਨੂੰ ਦ੍ਰਿੜਾਉਣ ਵਾਸਤੇ ਇਹ ਨਾਲ ਜਿਹੜੀਆਂ ਐਂਸਲਰੀ ਚੀਜ਼ਾਂ ਨੇ ਇਹ ਸਿਰਫ ਮੈਂਸ਼ਨ ਕਰ ਦਿੱਤੀਆਂ ਜਾਂਦੀਆਂ ਨੇ। ਇਹ परमात्मा ਦੇ ਬੇਅੰਤ ਗੁਣਾਂ ਦਾ ਬਿਆਨ ਕਰਨ ਦੇ ਵਾਸਤੇ ਇਹ ਵੀ ਇੱਕ ਢੰਗ ਹੈ। ਸੱਚ ਸਭਾ ਦੀਵਾਨ ਸੱਚ ਸੱਚੇ ਪੈ ਧਰਿਓ। ਉਹ परमात्मा ਦੀ ਸਭਾ ਸਦਾ ਅਟਲ ਰਹਿਣ ਵਾਲੀ ਹੈ, ਉਹਦੀ ਕਚਹਿਰੀ ਵੀ ਸਦਾ ਅਟਲ ਰਹਿਣ ਵਾਲੀ ਹੈ। ਤੇ ਅਕਾਲ ਪੁਰਖ ਨੇ ਆਪਣਾ ਆਪ ਜੋ ਰੂਪ ਜਿਹੜਾ ਹੈ ਉਹ ਵੀ ਸੱਚ ਦੇ ਰੂਪ ਗੁਰੂ ਦੇ ਅੰਦਰ ਧਰਿਆ ਹੋਇਆ ਹੈ, ਟਿਕਾ ਦਿੱਤਾ ਹੈ। ਉਹਨੇ ਆਪਣੇ ਆਪ ਨੂੰ ਸੱਚੇ ਗੁਰੂ ਦੇ ਅੰਦਰ ਟਿਕਾ ਕੇ ਧਰਿਆ। ਸੱਚੇ ਪੈ ਧਰਿਓ, ਧਰਿਓ ਦਾ ਮਤਲਬ ਹੈ ਉਹਨੇ ਆਪਣੇ ਆਪ ਨੂੰ ਉਹਨੇ ਟਿਕਾਇਆ। ਵੈਸੇ ਤਾਂ ਗੁਰਬਾਣੀ ਇਸ ਗੱਲ ਨੂੰ ਗਵਾਹੀ ਭਰਦੀ ਹੈ ਕਿ ਸੱਚੇ ਦੀ ਜੋਤ ਹਰ ਕਿਸੇ ਦੇ ਅੰਦਰ ਹੈ, ਪਰ ਉਸ ਜੋਤ ਦੇ ਵਿੱਚ ਤੇ ਇਨਸਾਨ ਦੀ ਆਪਣੀ ਜੋ ਕੌਨਸ਼ੀਅਸ ਹੈ, ਜੋ ਉਹਦੇ ਅਹਿਸਾਸ ਹੈ, ਉਹਦਾ ਜਾਂ ਉਹਦੇ ਮਨ ਦੀ ਜੋ ਅਵਸਥਾ ਹੈ, ਉਹ ਉਹਦੇ ਅੰਦਰ ਉਹਦੀ ਆਪਣੀ ਹਉਮੈ ਦਾ ਪਰਦਾ ਪਿਆ ਹੁੰਦਾ ਹੈ, ਜਿਸ ਕਰਕੇ ਉਹਨੂੰ ਉਸ ਜੋਤ ਦਾ ਹੋਣ ਦਾ ਅਹਿਸਾਸ ਹੀ ਨਹੀਂ ਰਹਿੰਦਾ। ਆਮ ਇਨਸਾਨ ਇਹ ਮਹਿਸੂਸ ਹੀ ਨਹੀਂ ਕਰਦਾ ਕਿ ਉਹਦੇ ਅੰਦਰ ਵੀ परमात्मा ਦੀ ਜੋਤ ਹੈ। ਪਰ ਗੁਰੂ ਦੇ ਅੰਦਰੋਂ ਤਾਂ ਐਸੀ ਕੋਈ ਹਉਮੈ ਦੀ ਜਿਹੜੀ ਹੈ ਮੈਲ ਹੁੰਦੀ ਨਹੀਂ ਹੈ, ਉਹਦੇ ਅੰਦਰ ਕੋਈ ਪਰਦਾ ਨਹੀਂ ਹੁੰਦਾ। ਤਾਂ ਉਸ ਕਰਕੇ ਸੱਚੇ ਗੁਰੂ ਦੇ ਅੰਦਰੋਂ ਉਸ ਸੱਚੇ ਦੀ ਜੋਤ ਜਿਹੜੀ ਹੈ ਪ੍ਰਤੱਖ ਤੌਰ ਤੇ ਨਜ਼ਰ ਆਉਂਦੀ ਹੈ। ਤਾਂ ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਸ ਅਕਾਲ ਪੁਰਖ ਨੇ ਜੋ ਆਪਣੀ ਪ੍ਰਤੱਖ ਜੋਤ ਹੈ ਉਹ ਸੱਚੇ ਗੁਰੂ ਦੇ ਅੰਦਰ ਟਿਕਾਈ ਹੋਈ ਹੈ। ਸੱਚੇ ਪੈ ਧਰਿਓ, ਉਹਨੇ ਆਪਣੇ ਆਪ ਨੂੰ ਸੱਚੇ ਗੁਰੂ ਦੇ ਅੰਦਰ ਟਿਕਾ ਕੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ। तो इसलिए ਇਹਦਾ ਭਾਵ ਇਹੀ ਹੈ, ਸੱਚਾ ਤਖਤ ਨਿਵਾਸ ਸੱਚ ਪਾਵਸ ਕਰਿਓ। ਉਸ परमात्मा ਨੇ ਆਪਣਾ ਤਖਤ और अपना निवास ਜਿਹੜਾ ਹੈ ਉਹ ਵੀ ਜਿਹੜਾ ਹੈ ਉਹਦਾ ਸਦਾ ਕਾਇਮ ਰਹਿਣ ਵਾਲਾ ਹੈ। तो ਉਹਨੇ ਆਪਣੇ ਆਪ ਨੂੰ ਉਸ ਸਦਾ ਕਾਇਮ ਰਹਿਣ ਵਾਲੇ ਆਸਨ ਦੇ ਉੱਤੇ ਟਿਕਾਇਆ ਹੋਇਆ ਹੈ। ਤੇ ਉਹ ਤਪਾਵਸ ਕਰਿਓ। ਤਪਾਵਸ ਕਰਨਾ, ਤਪਾਵਸ ਦਾ ਅਰਥ ਹੁੰਦਾ ਹੈ ਨਿਆਂ ਕਰਨਾ, ਜਜਮੈਂਟ ਕਰਨੀ, फैसला करना, न्याय करना। वो भी वो परमात्मा उस सच्चे टिकाने दे राही ही अपना न्याय करता है। तो भाव की है कि परमात्मा ने अपने आप नू सच्चे गुरु दे अंदर टिकाया होया है ते गुरु दी राही ही वो अपना न्याय, अपना निवास दुनिया दे अंदर, लोकां दे अंदर प्रगट करता है। ਉਹਦਾ ਟਿਕਾਣਾ भी सदा कायम रहने वाला है, ਉਹਦਾ निवास भी सच्चा है,
ਉਹਦਾ ਨਿਯਮ ਹੀ ਸੱਚਾ ਹੈ। तो परमात्मा दे सब कुछ जो है दुनिया जिथे किते भी ਉਹਦਾ निवास है, जो भी ਉਹਦਾ अपना आप प्रगट ਹੁੰਦਾ है वो गुरु ਦੇ ਰਾਹੀਂ प्रगट ਹੁੰਦਾ है ਤੇ ਉਹ सदा कायम रहन वाला है। सच सिरजियो संसार आप अभुल न भुल्लो, रतन नाम अपार कीम न पवै अमुल्लो। सच सिरजियो संसार, उस सच्चे प्रभु ने, सच ने इस संसार की सिरजना की, इसनू उसने रचिया, क्रिएट किया। आप अभुल ना भुल्लो, वो परमात्मा अभुल है, वो कोई गलती नहीं करता, वो कभी भुल नहीं करता। ये गल गुरबाणी च होर भी अनेक थावां ते आई है कि भुलन अंदर सब को, अभुल गुरु करतार। दुनिया के अंदर हर इंसान भुलनहार है, गलती कर बैठता है, गलत सोच सकता है, गलत समझ सकता है, गलत कर सकता है, पर गुरु ਅਤੇ ਕਰਤਾਰ ਇਹ ਅਭੁੱਲ ਹਨ। ਇਹਨਾਂ ਪਾਸੋਂ ਕਦੀ ਗਲਤੀ ਨਹੀਂ ਹੁੰਦੀ। ਅਕਾਲ ਪੁਰਖ ਪਰਫੈਕਟ ਹੈ, ਗੁਰੂ ਅਕਾਲ ਪੁਰਖ ਦਾ ਹੀ ਰੂਪ ਹੈ, ਇਸ ਕਰਕੇ ਗੁਰੂ ਵੀ ਪਰਫੈਕਟ ਹੈ। तो परमात्मा अभुल है, इस गुरु भी अभुल है। आप अभुल ना भुल्लो, कदी नहीं भुलता परमात्मा। साडे आम बोल चाल च ना ਅਸੀਂ ਕਈ ਵਾਰੀ ਐਵੇਂ ਸਹਿਜ ਸੁਭਾਅ ਬੋਲ ਦਿੰਦੇ ਆ, ਰੱਬ ਨੂੰ ਗਲਤੀ ਲੱਗ ਗਈ ਹੋਣੀ ਹੈ। ਇਹ ਸਾਡੀ ਆਪਣੀ ਨਾ ਸਮਝੀ ਦਾ ਪ੍ਰਗਟਾਵਾ ਹੈ, ਹੋਰ ਕੁਝ ਨਹੀਂ ਹੈ। ਖਾਸ ਤੌਰ ਤੇ ਸਾਡੇ ਗੁਆਂਢੀ ਕੌਮ ਵਿੱਚ ਤਾਂ ਇਹ ਗੱਲ ਬੜੀ ਵਾਰੀ ਲੋਕੀ ਜਿਵੇਂ ਉਹ ਨਾ ਸਮਝੀ ਨਾਲ ਕਹਿ ਹੀ ਜਾਂਦੇ ਹਨ, ਇਹ ਤਾਂ ਪਰਮਾਤਮਾ ਨੂੰ ਗਲਤੀ ਲੱਗ ਗਈ ਹੋਣੀ ਹੈ, ਰੱਬ ਨੂੰ ਗਲਤੀ ਲੱਗ ਗਈ। ਰੱਬ ਨੂੰ ਕਦੀ ਗਲਤੀ ਨਹੀਂ ਲੱਗਦੀ। ਗੁਰਬਾਣੀ ਦਾ ਸਿਧਾਂਤ ਹੈ ਕਿ ਭੁੱਲ ਗੁਰੂ ਕਰਤਾਰ, ਨਾ ਗੁਰੂ ਭੁੱਲ ਕਰਦਾ ਹੈ ਤੇ ਨਾ परमात्मा भुल करता है। रतन नाम अपार कीम ना पवै अमुल्लो, उस परमात्मा का नाम जिहड़ा है वो अमोलक है, रत्ना वर्गा नाम है, अपार है, उसका कोई पार नहीं पा सकता। कीम ना पवै अमुल्लो, उसका मुल नहीं पाया जा सकता, उसकी कोई कीमत नहीं पा सकता। तो कीम ना पवै का भी भाव यही है कि उसकी कीमत नहीं पै सकती। अमुल का भाव भी यही है कि उसका मुल नहीं पै सकता। किसी चीज़ की कीमत किवें पैंदी है, जदों असीं दो चीज़ों को बराबर कर लेंदे हाँ कि यह कपड़ा इन्ने रुपए मीटर है, तो चलो जी ये 500 रुपए मीटर है, तो 500 रुपये तो 1 मीटर कपड़ा ये बराबर हो गए। ये फलानी चीज़ 100 रुपए किलो है, 1 किलो फलानी वस्तु तो 100 रुपए ये बराबर हो गए। तो ये दोनों चीज़ों की कीमत पै गई, भाव दोनों चीज़ां बराबर हो गई। पर परमात्मा दे नाम की कीमत दुनिया की किसी चीज़ के नाल नहीं पाई जा सकती। कोई चीज़ परमात्मा के नाम की बराबरी कर ही नहीं सकती। इसलिए परमात्मा का नाम अमुल है, उसका मुल नहीं पै सकता। कीम ना पवै, कीम का अर्थ कीमत, उसकी कीमत नहीं पै सकती। तो वह नाम, ये नाम के नाल एक विशेषण के तौर के उत्ते रतन लफज भी गुरु साहब ने इस्तेमाल किया है। वो सिर्फ ये इशारा करने वास्ते कि ये बहुत कीमती है। आम दुनियावी इंसान जिहड़ा नॉर्मल स्टैंडर्ड है, कॉमन मैन जिन्होंने असीं कह सकते हैं, ਉਹਦੇ ਵਾਸਤੇ ਉਹਦੇ ਵੱਸ ਦੀ ਗੱਲ ਨਹੀਂ ਹੁੰਦੀ ਕਿ ਉਹ ਰਤਨ ਖਰੀਦ ਸਕੇ। ਉਹਦੇ ਕੋਲ ਇੰਨੇ ਰਿਸੋਰਸਿਸ ਹੀ ਨਹੀਂ ਹੁੰਦੇ। ਇਹ ਤਾਂ ਰਾਜੇ ਪੁਰਾਣੇ ਜਿਸ ਜ਼ਮਾਨੇ ਦੇ ਸਮਾਜ ਦੀ ਗੱਲ ਚੱਲ ਰਹੀ ਹੈ, ਉਸ ਸਮਾਜ ਦੇ ਅੰਦਰ ਕੇਵਲ ਵੱਡੇ ਵੱਡੇ ਬਾਦਸ਼ਾਹ ਹੀ ਜਿਹੜੇ ਹਨ, ਉਹਨਾਂ ਦੇ ਕੋਲ ਰਤਨ ਜਵੇਹਰ ਇਸ ਤਰ੍ਹਾਂ ਦੇ ਕੀਮਤੀ ਪੱਥਰ ਹੁੰਦੇ ਸਨ। तो इसलिए जिहड़ी अपहुंच चीज़ है, जिहड़ी आम बंदे की पहुंच तो परे है, उस चीज़ का नाम लैंदियां ही मन के अंदर एक एहसास पैदा हो जाता है कि भाई ये तो बेशकीमती चीज़ है, इसकी कीमत मेरे वस की नहीं है पानी, इसका अंदाज़ा लगाना भी मेरे वस का नहीं है। आम बंदे नूं कोई अंदाज़ा भी नहीं होंदा कि रतन की जवाहर की कितनी कीमत होंदी है, तो वो भी उहदे वास्ते वो भी इनवैल्यूएबल होंदी है। तो इस करके रतन नाम इस करके भी कहा जाता है कि आम इंसान वास्ते वो रतन जिहड़ा है इनवैल्यूएबल है, उसकी कीमत नहीं पाई जा सकती, तो नाम की वैल्यू भी नहीं पाई जा सकती। कोई ये ना कल ऑब्जेक्शन करे कि भाई रतन तो फिर भी कोई बंदा बादशाह का खरीद सकता है, एक फाइनाइट वैल्यू है, तो पर नाम की वैल्यू तो इनफाइनाइट है। तो इस करके ये सिर्फ एक गल जिवें उपर गल की है कि भाई दुनियावी वस्तुओं के नाल कंपेयर करके एक एब्सट्रैक्ट चीज़ का आइडिया कन्वे करना होंदा है, उवें ही
ਨਾਮ ਦੀ ਮਹਾਨਤਾ ਨੂੰ ਕਨਵੇ ਕਰਨ ਵਾਸਤੇ ਇਹਨੂੰ ਰਤਨ ਨਾਮ ਕਹਿ ਦਿੱਤਾ ਜਾਂਦਾ ਹੈ ਕਿ ਭਈ ਇਨਵੈਲਿਊਏਬਲ ਹੈ। ਇਹਦੇ ਚੋਂ ਪੁੰਛਾਂ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ ਕਿ ਭਈ ਰਤਨ ਤਾਂ ਫਿਰ ਵੀ ਚਲੋ ਭਾਵੇਂ ਕਰੋੜ ਦਾ ਹੈਗਾ 10 ਕਰੋੜ ਦਾ ਹੈਗਾ ਫਾਈਨਾਈਟ ਵੈਲਿਊ ਹੈ। ਇਹ ਸਿਰਫ ਆਈਡੀਆ ਕਨਵੇ ਕਰਨ ਦੀ ਗੱਲ ਹੈ ਕਿ ਜਿਵੇਂ ਰਤਨ ਆਮ ਇਨਸਾਨ ਵਾਸਤੇ ਬਹੁਤ ਕੀਮਤੀ ਹੈ, ਉਹਦੀ ਇਮੇਜਿਨੇਸ਼ਨ ਤੋਂ ਪਰੇ ਹੈ, ਇਵੇਂ ਹੀ ਨਾਮ ਦੀ ਵੈਲਿਊ ਜਿਹੜੀ ਹੈ ਉਹ ਪਾਈ ਨਹੀਂ ਜਾ ਸਕਦੀ। ਤਾਂ ਗੱਲ ਉਸ ਬਾਤ ਸਪਸ਼ਟ ਵੀ ਕਰ ਦਿੱਤੀ ਹੈ ਕਿ ਰਤਨ ਨਾਮ ਅਪਾਰ ਕੀਮ ਨਾ ਪਵੈ ਅਮੁੱਲੋ। ਪਰਮਾਤਮਾ ਦਾ ਨਾਮ ਬੇਅੰਤ ਹੈ, ਅਮੋਲਕ ਹੈ, ਉਹਦੇ ਨਾਮ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਅਗਲੀ ਪੰਕਤੀ 'ਚ ਗੁਰੂ ਸਾਹਿਬ ਫਰਮਾਉਂਦੇ ਹਨ, ਜੇ ਕਿਰਪਾਲ ਹੋਇਓ ਗੋਬਿੰਦ। ਇੱਕ ਤਾਂ ਗੋਬਿੰਦ ਦੇ ਸਪੈਲਿੰਗ ਜਿਹੜੇ ਹਨ, ਅੱਗੇ ਨੂੰ ਹੋੜਾ ਵੀ ਲੱਗਿਆ ਹੋਇਆ ਹੈ, ਅੱਗੇ ਨੂੰ ਔਂਕੜ ਵੀ ਲੱਗੀ ਹੋਈ ਹੈ, ਦੋ ਮਾਤਰਕ। ਇਹ ਗੁਰੂ ਅਰਜਨ ਪਾਤਸ਼ਾਹ ਦੀ ਇੱਕ ਵਿਲੱਖਣ ਦੇਣ ਹੈ ਗੁਰਬਾਣੀ ਦੇ ਅੰਦਰ। ਬਾਕੀ ਹੋਰ ਕਿਸੇ ਲਿਟਰੇਚਰ ਦੇ ਵਿੱਚ ਇਹੋ ਜਿਹੇ ਜਿਹੜਾ ਹੈ ਇਸਤੇਮਾਲ ਮਾਤਰਾਵਾਂ ਦਾ ਡਬਲ ਨਹੀਂ ਮਿਲਦਾ। ਤਾਂ ਉਹਦਾ ਪਰਪਸ ਸਿਰਫ ਇਹੀ ਹੈ ਕਿਉਂਕਿ ਗੁਰਬਾਣੀ ਕਾਵ ਰੂਪ ਵਿੱਚ ਹੈ ਤੇ ਕਾਵ ਦਾ ਤੋਲ ਜਿਹੜਾ ਹੈ ਮਾਤਰਾਵਾਂ ਦੇ ਸਹਾਰੇ ਨਿਸ਼ਚਿਤ ਕੀਤਾ ਜਾਂਦਾ ਹੈ। ਤਾਂ ਜਿੱਥੇ ਕਿਧਰੇ ਵੀ ਕਵਿਤਾ ਦੀ ਚਾਲ ਨੂੰ ਪੂਰਾ ਕਰਨ ਵਾਸਤੇ ਮਾਤਰਾ ਘਟਾਣੀ ਜਾਂ ਵਧਾਣੀ ਹੁੰਦੀ ਹੈ ਤਾਂ ਉੱਥੇ ਇੱਕੋ ਅੱਖਰ ਦੇ ਨਾਲ ਦੋ ਮਾਤਰਾ ਲਗਾ ਦਿੱਤੀਆਂ ਜਾਂਦੀਆਂ ਹਨ। ਤੇ ਉੱਥੇ ਜਿੱਥੇ ਦੋ ਮਾਤਰਾ ਲੱਗੀਆਂ ਹੋਣ ਉੱਥੇ ਨਿਯਮ ਇਹ ਹੁੰਦਾ ਹੈ ਕਿ ਜਿਹੜੀ ਮਾਤਰਾ ਓਰੀਜਨਲ ਹੈ ਫਿਰ ਉਚਾਰਨ ਦੇ ਵਿੱਚ ਉਹ ਨਹੀਂ ਬੋਲੀ ਜਾਂਦੀ ਤੇ ਮੀਨਿੰਗ ਕਰਨ ਲੱਗਿਆਂ ਓਰੀਜਨਲ ਮਾਤਰਾ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ। तो इत्थे ओरिजिनल लफ्ज है गोबिंद, पर इत्थे उच्चारण करना है गोबिंद, तो होड़ा नहीं बोलेगा, औंकड़ बोलेगा। तो जे कृपाल होयो गोबिंद सर्व सुख तिन्हू पाए। अर्थ करन लगे असीं गोबिंद नूं गोबिंद ही मन के ओहदे अर्थ करांगे कि जिहदे उत्ते भी वो गोबिंद वो परमात्मा कृपाल हुंदा है, कृपा दे घर विच आके बख्शिश करदा है। जिन्हां मनुखां दे उत्ते परमात्मा कृपा करदा है, दया करदा है। सर्व सुख तिन्हू पाए, उन्होंने सारे सुख प्राप्त कर लेते हैं, उन्होंने मिल जाते हैं सारे सुख। जिन्हां ते भी परमात्मा की बख्शिश हुंदी है उन्होंने सारे सुख मिल जाते हैं। ये सारे सुख मिलते किवें हैं? सुख की हुंदा है? सुख हुंदा है रजे होने का एहसास, संतुष्टता का एहसास कि भाई जो मन चाहिए सी मेरे कोल है, जो मेरी मंग सी वो पूरी हो गई है। तृप्ति, संतोख, इन्हां चीज़ों के अंदर सुख है। ते तृष्णा ते कमजोरी या कमी या होर दी कामना, इन्हां चीज़ों के अंदर दुख है कि जिहड़ी चीज़ मैनूं चाहिदी है वो है नहीं मेरे कोल, मैनूं मिले किवें भी मिले। ये जिहड़ा कमी का एहसास है, जिहड़ा मंग है ओहदी पूर्ति ना होई होना, ये दुख का एहसास है। पर सुख है प्राप्ति के अंदर, जदों जो चाहिदा है वो मिल जावे, बंदा रज जावे तो बंदा सुखी है। तो सर्व सुख तिन्हू पाए, सारे सुख किस तरह उन्होंने मिल जाते हैं? ਜਦੋਂ ਉਹਨਾਂ ਦੀ ਸਾਰੀਆਂ ਕਾਮਨਾਵਾਂ ਖਤਮ ਹੋ ਜਾਂਦੀਆਂ ਹਨ, ਰੱਜ ਜਾਂਦੀਆਂ ਹਨ। ਜੋ ਵੀ ਇੱਛਾਵਾਂ ਨੇ ਜਾਂ ਪੂਰੀਆਂ ਹੋ ਜਾਂਦੀਆਂ ਹਨ ਜਾਂ ਬਾਕੀ ਇੱਛਾਵਾਂ ਮਿਟ ਜਾਂਦੀਆਂ ਹਨ। ਹੁਣ ਆਮ ਦੁਨੀਆ ਦੇ ਅੰਦਰ ਤੁਸੀਂ ਦੇਖੋ, ਆਮ ਇਨਸਾਨ ਨੂੰ ਅੱਜ ਕੱਲ੍ਹ ਨਾ ਕਈ ਤਰ੍ਹਾਂ ਦੀਆਂ ਇੱਛਾਵਾਂ ਨੇ। ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ, ਲੋਕੀ ਕਹਿੰਦੇ ਸੀਗੇ ਕਿ ਬਈ 2 ਵਕਤ ਦੀ ਰੋਟੀ ਮਿਲ ਜਾਏ, ਪਾਣ ਨੂੰ ਥੋੜੇ ਜਿਹੇ ਕੱਪੜੇ ਮਿਲ ਜਾਣ, ਰਹਿਣ ਨੂੰ ਸਿਰ ਤੇ ਛੱਤ ਮਿਲ ਜਾਏ, ਤੇ ਹੋਰ ਇਨਸਾਨ ਨੂੰ ਕੀ ਚਾਹੀਦਾ ਹੈ। ਅੱਜ ਕੱਲ੍ਹ ਦੇ ਬੰਦਿਆਂ ਨਾਲ ਗੱਲ ਕਰਕੇ ਵੇਖੋ, ਕਹਿੰਦੇ ਲੈ ਇਹਨਾਂ ਰੋਟੀ ਕੱਪੜੇ ਮਕਾਨ ਨਾਲ ਕੀ ਹੁੰਦਾ, ਇਹ ਤਾਂ ਸਭ ਨੂੰ ਮਿਲ ਜਾਂਦੇ ਨੇ। ਸਾਨੂੰ ਤਾਂ ਆਪਣੇ ਐਂਟਰਟੇਨਮੈਂਟ ਵਾਸਤੇ ਕੁਝ ਚਾਹੀਦਾ ਹੈ, ਮਜ਼ੇ ਲੈਣੇ ਚਾਹੀਦੇ ਨੇ, ਇੰਜੋਏ ਕਰਨੀ ਚਾਹੀਦੀ ਹੈ ਲਾਈਫ। ਉਹਨਾਂ ਨੂੰ ਕਈ ਤਰ੍ਹਾਂ ਦੇ ਦੁਨੀਆ ਦੇ ਵਿੱਚ ਹੋਰ ਆਪਣੇ ਚਸਕੇ ਪੂਰੇ ਕਰਨ ਵਾਸਤੇ ਉਹ ਪਦਾਰਥ ਚਾਹੀਦੇ ਹੁੰਦੇ ਹਨ। ਤੇ ਜਿਉਂ-ਜਿਉਂ ਉਹ ਚਸਕੇ ਪੂਰੇ ਕਰਦੇ ਹਨ, ਅੰਦਰੋਂ ਹੋਰ ਚਸਕੇ ਨਵੇਂ-ਨਵੇਂ ਪੈਦਾ ਹੋਈ ਜਾਂਦੇ ਹਨ ਤੇ ਫਿਰ ਉਹ ਸਾਰੀ ਜ਼ਿੰਦਗੀ ਤ੍ਰਿਪਤੀ ਉਹਨਾਂ ਦੀ ਹੁੰਦੀ ਕਦੀ ਨਹੀਂ ਹੈ। तो ये सिर्फ एक एटीट्यूड की गल है। सुखी कौन है? सुखी वो नहीं है जिहड़ा अपने चस्के ज्यादा पूरे करता है या जिन्होंने नवे-नवे चस्के पैंदे हैं। सुखी वो है जिन्होंने जो मिलता है उहदे विच सबर च शुक्र च रहिंदा है, संतोख च रहिंदा है। उस तो वड्डा राजा कोई नहीं है जिहड़ा रजिया होया है। तो दुनिया के राजे भी दुखी हो सकते हैं, पर वो साधारण इंसान भी सुखी हो सकता है जिहड़ा रज गया है। तो जे कृपाल होयो गोबिंद, जिहदे उत्ते परमात्मा की बख्शिश हो जाती है, दया हो जाती है, उसनूं सारे सुख मिल जाते हैं क्योंकि वो तृप्त हो जाता है, वो रज जाता है, ਉਹਦੇ मन की कामनावां मिट जांदियां हन। ਉਹਨੂੰ सिवाय प्रभु के नाम दे बाकी चीज़ों के विच किसी चीज़ की कामना ਉਹਦੇ मन ਦੇ ਵਿੱਚ ਰਹਿੰਦੀ नहीं है। तो ये अवस्था मिलती किवें है, किवें ये अवस्था बनती है? ये गुरु परमात्मा की कृपा, गोबिंद की कृपा हुंदी किवें है? हर गुरु नानक जिन परसियो ते बहुड़
फिर जोन ना आए। हरि दा रूप गुरु नानक नूं जिन्हां ने परसिया। हाँ, परसियो की गल असीं अगे भी की है। जिन्हां ने भी गुरु नानक दी सिੱਖਿਆ ਨੂੰ सुनिया मन्निया विचारिया ते जीवन विच अपनाया ते बहुड़ फिर जोन ना आए। बहुड़ का मतलब मुड़ के फिर तो ये इंसानी जन्म तो उन्होंने जो मिलिया सो मिलिया ही है। इस तो बाद फिर वो मुड़ के दूजी बारी जन्म विच नहीं आए। जिन्हां ने भी गुरु नानक दी सिੱਖਿਆ ਨੂੰ धारण कर लिया है, जीवन विच अपना लिया है। तो ये ਜਿਹੜੀ ਗੱਲ ਹੈ ਬਹੁੜ ਫਿਰ ਜੋਨ ਨਾ ਆਏ, ਮੈਨੂੰ ਜੋ ਇਹਦੇ ਅਰਥ ਸਮਝ ਆਉਂਦੇ ਹਨ ਉਹ ਇਹ ਹੀ ਆਉਂਦੇ ਹਨ ਕਿ ਉਹ ਇਨਸਾਨ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਸਾਡੇ ਇੱਥੇ ਕੁਝ ਲੋਕਾਂ ਨੇ ਜਨਮ ਮਰਨ ਦੇ ਕਨਸੈਪਟ ਨੂੰ ਹੀ ਨਾ ਨਵੇਂ ਤਰੀਕੇ ਦੇ ਨਾਲ ਪੇਸ਼ ਕੀਤਾ ਹੈ। ਉਹ ਕਹਿੰਦੇ ਹਨ ਜੀ ਕੋਈ ਜਨਮ ਮਰਨ ਦੂਜੇ ਨਹੀਂ ਹੁੰਦੇ, ਇਹ ਜੋ ਮਨੁੱਖ ਇੱਕੋ ਹੀ ਜਨਮ ਹੁੰਦਾ ਹੈ, ਉਹਦੇ ਅੰਦਰ ਹੀ ਜਿਹੜਾ ਇਨਸਾਨ ਜੰਮਦਾ ਮਰਦਾ ਰਹਿੰਦਾ ਹੈ। ਉਹਦੇ ਜੋ ਹੈ ਕਈ ਵਾਰੀ ਇਸੇ ਜਨਮ ਵਿੱਚ ਹੀ ਜਨਮ ਹੁੰਦਾ ਹੈ, ਇਸੇ ਜਨਮ ਵਿੱਚ ਹੀ ਫਿਰ ਉਹਦੀ ਮੌਤ ਹੁੰਦੀ ਹੈ, ਫਿਰ ਜੰਮਦਾ ਹੈ। ਇਹ ਇਹਦੀ ਮਨ ਦੀ ਅਵਸਥਾ ਹੈ ਤੇ ਹੋਰ ਕੋਈ ਜਨਮ ਨਹੀਂ ਹੁੰਦਾ ਹੈ। तो ये जो लफज है फिर जोन ना आए, फिर वो कौन नहीं आए जोन विच, जिन्हां ने गुरु नानक दी सिੱਖਿਆ ਨੂੰ जीवन विच अपना लिया है। तो फिर ਉਹਦਾ मतलब ਕੀ ਹੋਇਆ ਕਿ ਉਹਨਾਂ ਦਾ ਮਨੁੱਖਾ ਜਨਮ ਖਤਮ ਹੋ ਗਿਆ। ਐਸੀ ਗੱਲ ਤਾਂ ਇੱਥੋਂ ਗੁਰਬਾਣੀ ਚੋਂ ਮਿਲਦੀ ਨਹੀਂ ਹੈ। ਗੁਰੂ ਨਾਨਕ ਦੀ ਸਿੱਖਿਆ ਅਪਣਾਉਣ ਦਾ ਅਰਥ ਇਹ ਤਾਂ ਨਹੀਂ ਹੈ ਕਿ ਉਹਨਾਂ ਦੀ ਜ਼ਿੰਦਗੀ ਮੁੱਕ ਜਾਂਦੀ ਹੈ, ਮਰ ਜਾਂਦੇ ਹਨ, ਉਹ ਸਰੀਰ ਖਤਮ ਹੋ ਜਾਂਦਾ ਹੈ ਤੇ ਜੋਨ ਉਹਨਾਂ ਦੀ ਆਤਮਾ ਪਰਮਾਤਮਾ 'ਚ ਵਿਲੀਨ ਹੋ ਜਾਂਦੀ ਹੈ ਤੇ ਬਸ ਹੋਰ ਗੱਲ ਖਤਮ ਹੋ ਜਾਂਦੀ ਹੈ। ਭਾਵ ਕੀ ਹੈ, ਉਹ ਜੀਵਨ ਮੁਕਤ ਰਹਿੰਦੇ ਹਨ, ਜਿਉਂਦੇ ਜੀ ਹੀ ਉਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦੇ ਹਨ। ਸਰਬ ਸੁੱਖ ਉਹਨਾਂ ਨੂੰ ਮਿਲ ਜਾਂਦੇ ਹਨ, ਕਾਮਨਾਵਾਂ ਉਹਨਾਂ ਦੀਆਂ ਮਿਟ ਜਾਂਦੀਆਂ ਹਨ। ਤੋ ਐਸੀ ਅਵਸਥਾ 'ਚ ਜੀਵਨ ਜਿਉਣ ਸਦਕਾ ਉਹ ਫਿਰ ਜਨਮ ਮਰਨ ਦੇ ਗੇੜ 'ਚ ਨਹੀਂ ਪੈਂਦੇ, ਮੁੜ ਕੇ ਉਹਨਾਂ ਨੂੰ ਦੁਬਾਰਾ ਗਰਭ ਜੋਨੀ 'ਚ ਨਹੀਂ ਆਉਣਾ ਪੈਂਦਾ। ਤੋ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੁੜ ਦਾ ਭਾਵ ਵੀ ਇਹ ਹੈ ਕਿ ਫਿਰ ਮੁੜ ਕੇ ਇਸ ਤੋਂ ਬਾਅਦ ਮਤਲਬ ਜਿਹੜੀ ਪ੍ਰੈਜ਼ੈਂਟ ਕੰਡੀਸ਼ਨ ਹੈ, ਪ੍ਰੈਜ਼ੈਂਟ ਸਟੇਟ ਆਫ ਲਾਈਫ ਜਿਹੜੀ ਹੈ, ਤੋ ਫਿਰ ਜੋਨ ਨਾ ਆਏ, ਫਿਰ ਤੋਂ ਮੁੜ ਕੇ ਉਹਨਾਂ ਨੂੰ ਜਨਮ ਨਹੀਂ ਲੈਣਾ ਪਿਆ। ਇਹ ਮੈਨੂੰ ਤਾਂ ਇੱਥੋਂ ਇਹੀ ਅਰਥ ਸਮਝ ਆਉਂਦੇ ਹਨ। ਪਰ ਸਾਡੀ ਕਲਾਸ ਵਿੱਚ ਇੱਕ ਸੱਜਣਾ ਨੇ ਕੁਝ ਆਪਣੀ ਡਿਫਰੈਂਟ ਜਿਹੀ ਇੰਟਰਪ੍ਰੀਟੇਸ਼ਨ ਜਿਹੜੀ ਸੀ ਪੇਸ਼ ਕੀਤੀ ਸੀਗੀ, ਜੋ ਮੇਰੇ ਸਮਝ ਵਿੱਚ ਆਈ ਨਹੀਂ। ਤੋ ਇਸ ਕਰਕੇ ਮੈਨੂੰ ਇਸ ਪੰਕਤੀ ਤੋਂ ਲੱਗਦਾ ਹੈ ਕਿ ਗੱਲ ਫਿਰ ਤੋਂ ਇਹੀ ਸਮਝ ਆਉਂਦੀ ਹੈ ਕਿ ਗੁਰੂ ਦੀ ਸਿੱਖਿਆ ਜਿਨ੍ਹਾਂ ਨੇ ਵੀ ਜੀਵਨ ਵਿੱਚ ਅਪਣਾਈ ਉਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਹਨ। ਤੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੁ ਪਾਏ, ਉਹਨਾਂ ਦੇ ਮਨ ਦੀਆਂ ਕਾਮਨਾਵਾਂ ਖਤਮ ਹੋ ਜਾਂਦੀਆਂ ਹਨ, ਮਨ ਦੀਆਂ ਇੱਛਾਵਾਂ ਤ੍ਰਿਪਤ ਹੋ ਜਾਂਦੀਆਂ ਹਨ। ਤੋ ਇਸ ਤ੍ਰਿਪਤੀ ਦਾ ਸਦਕਾ, ਸੰਤੋਖ, ਸਬਰ ਸੰਤੋਖ ਦਾ ਸਦਕਾ ਜੀਵਨ ਦੇ ਅੰਦਰ ਉਹਨਾਂ ਦੇ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ। ਜਿਨ੍ਹਾਂ ਨੇ ਵੀ ਗੁਰੂ ਨਾਨਕ ਜੋ ਹਰੀ ਦਾ ਰੂਪ ਹੈ ਉਹਦੀ ਸਿੱਖਿਆ ਨੂੰ ਧਾਰਨ ਕਰਕੇ ਆਪਣੇ ਜੀਵਨ ਵਿੱਚ ਅਪਣਾ ਲਿਆ, ਉਹ ਫਿਰ ਜਨਮ ਮਰਨ ਦੇ ਗੇੜ ਤੋਂ ਵੀ ਮੁਕਤ ਹੋ ਜਾਂਦੇ ਹਨ। ਅੱਜ ਦੀ ਵਿਚਾਰ ਨੂੰ ਅਸੀਂ ਇੱਥੇ ਸੰਕੋਚਦੇ ਹਾਂ। ਹੋਰ ਇੱਕ ਸਵਈਆ ਨਵਾਂ ਲੈਣ ਦਾ ਸਮਾਂ ਤਾਂ ਹੁਣ ਹੈ ਨਹੀਂ ਹੈ, ਤੋ ਇਸ ਲਈ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਅੱਜ ਦੀ ਵਿਚਾਰ ਨਾਲ ਸੰਬੰਧਿਤ ਜੇ ਆਪ ਜੀ ਦਾ ਕੋਈ ਵੀ ਪ੍ਰਸ਼ਨ ਹੋਵੇ ਜਾਂ ਕੋਈ ਆਪ ਸੁਝਾਅ ਦੇਣਾ ਚਾਹੁੰਦੇ ਹੋ, ਕੋਈ ਗੱਲ ਪੁਆਇੰਟ ਆਊਟ ਕਰਕੇ ਕੋਈ ਇੰਪਰੂਵਮੈਂਟ ਸੁਜੈਸਟ ਕਰਨੀ ਚਾਹੁੰਦੇ ਹੋ ਤਾਂ ਆਪ ਜੀ ਦਾ ਸਵਾਗਤ ਹੈ। ਆਪ ਆਪਣਾ हैंड रेज करके या अपने आप को अनम्यूट करके तो है अपने विचार रख सकते हो जी। होइयां भुल्लां दी खिमा। वाहिगुरू जी का खालसा, वाहिगुरू जी की फतेह। हाँ जी, प्रभकीर्तन सिंह जी कुछ कहना चाहते हैं, तुसीं अपने आप को अनम्यूट कर लो। आवाज आ रही ना जी? हाँ जी, आ गई। हाँ, मेरी बेनती ये है कि ਇਹ ਜਿਹੜੇ ਸਵਈਆਂ ਦੇ ਵਿੱਚ ਕਿਉਂਕਿ ਭਾਸ਼ਾ ਇੱਥੋਂ ਦੀ ਸੰਸਕ੍ਰਿਟਾਈਜ਼ਡ ਹੈ, ਇਹਨਾਂ ਦੇ ਪੈਰਾਂ ਵਿੱਚ ਵੀ ਬੜੇ ਮਤਲਬ ਚਿੰਨ੍ਹ ਹੈਗੇ ਹਨ। ਜਿਵੇਂ ਅੱਜ ਹੀ ਮਤਲਬ ਸ਼ੁਰੂ ਵਿੱਚ ਜਿਵੇਂ ਆਇਆ ਸੀ ਹਰ ਗੁਰੂ ਨਾਨਕ ਜਿਨ ਪਰਸਿਓ, ਤਾਂ ਜਿਨ ਦੇ ਨੰਨੇ ਦੇ ਥੱਲੇ ਹਲੰਤ ਹੈ। ਇਸੇ ਤਰ੍ਹਾਂ ਹੀ ਇਸ ਤੋਂ ਅੱਗੇ ਵੀ ਤਿੰਨ ਸਭ ਕੋਲ ਉੱਥੇ ਵੀ ਤਿੰਨ ਦੇ ਨੰਨੇ ਦੇ ਥੱਲੇ ਹਲੰਤ ਹੈ। ਸਾਰੀਆਂ ਮਾਤਰਾਵਾਂ ਦੇ ਬਾਰੇ ਵੀ ਮੈਂ ਬੇਨਤੀ ਕਰਨੀ ਸੀ ਕਿ ਅਗਲੀ ਵਾਰੀ 5-10 ਮਿੰਟ ਸ਼ੁਰੂ ਚ ਕੱਢ ਕੇ ਥੋੜਾ ਜਿਹਾ ਆਪ ਚਾਨਣਾ ਪਾ ਦਿਓ, ਤਾਂ ਕਿ ਉਚਾਰਨ ਦੇ ਵਾਸਤੇ ਕਿਹੜੇ ਨੇ, ਅਰਥਾਂ ਵਾਸਤੇ ਕਿਹੜੇ ਨੇ, ਇਹਦੇ ਬਾਰੇ ਕੁਝ ਥੋੜਾ ਜਿਹਾ ਕਲੈਰਿਟੀ ਮਿਲ ਜਾਏ ਜੀ। ਠੀਕ ਹੈ ਜੀ, ਇਹ ਮਿਸ ਹੋ ਗਈ ਗੱਲ, ਇਹਨੂੰ ਅਗਲੀ ਵਾਰੀ ਸੁਧਾਰ ਲਿਆ ਜਾਏਗਾ। ਇਹੋ ਪੰਕਤੀ ਲੈ ਕੇ ਨਾ ਇਹਦੇ ਬਾਰੇ ਦੁਬਾਰਾ ਅਗਲੀ ਵਾਰੀ ਸ਼ੁਰੂ ਚ ਗੱਲ ਕਰ ਲਾਂਗੇ। ਹਾਂ, ਇੱਕ ਤਾਂ ਇਸ ਤੋਂ ਇਲਾਵਾ ਵੀ ਬਹੁਤ ਥਾਵਾਂ ਤੇ ਉਹ ਆਵਾਜ਼ ਜਿਹੜੀ ਹੈ ਯਹੀਏ ਦੀ ਕਈ ਥਾਵਾਂ ਤੇ ਹੁੰਦੀ ਹੈ, ਤੇ ਸਾਰੇ ਉਹਨਾਂ ਦੇ ਬਾਰੇ ਵੀ ਨਾਲ ਨਾਲ ਤੁਸੀਂ ਉਹ ਜਿਵੇਂ ਆਣ ਉਹ ਕਰੀ ਜਾਣਾ ਜੀ। ਠੀਕ ਹੈ ਜੀ। हाँ जी।
ਐਮਪੀ ਸਿੰਘ ਜੀ ਬੇਨਤੀ ਹੈ ਵੀ ਜਿਹੜੀ ਜਨਮ ਮਰਨ ਦੀ ਫਿਲਾਸਫੀ ਜੋ ਗੁਰਮਤਿ ਅਨੁਸਾਰ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਆਪਾਂ ਨੂੰ ਅਜੇ ਤੱਕ ਸਮਝ ਆਈ ਉਹ ਤੇ ਹੋਈ ਹੈ। ਇਹਦੀ ਹੋਰ ਕੋਈ ਦਲੀਲ ਅਪੀਲ ਜਿਹੜੀ ਹੈ ਕੋਈ ਸਾਡੇ ਮਾਫਕ ਨਹੀਂ ਆਉਂਦੀ। ਹਾਂ ਆਪਣੀ ਮਰਜ਼ੀ ਮੁਤਾਬਕ ਜੋ ਮਰਜ਼ੀ ਉਹਨੂੰ ਅਸੀਂ ਤਰੋੜ ਮੋੜ ਕਰੀ ਚੱਲੀਏ। ਸਾਡੀ ਸਮਝ ਹੈ ਜੋ ਸਾਨੂੰ ਗੁਰਮਤਿ ਅਜੇ ਤੱਕ ਮਿਸ਼ਨਰੀ ਕਾਲਜਾਂ ਤੋਂ ਜਾਣਕਾਰੀ ਮਿਲੀ ਹੈ ਜਾਂ ਦਰਪਣ ਪੜ੍ਹ ਕੇ ਮਿਲੀ ਹੈ ਜਾਂ ਗੁਰਬਾਣੀ ਪੜ੍ਹ ਕੇ ਮਿਲੀ ਹੈ ਉਹ ਤਾਂ ਇਹੋ ਹੀ ਅਜੇ ਤੱਕ ਸਮਝ ਆਈ ਹੈ ਜੋ ਆਪ ਜੀ ਨੇ ਦੱਸੀ ਹੈ। ਉਹ ਮੈਂ ਤਾਂ ਮੈਨੂੰ ਇਹੀ ਲੱਗਦਾ ਨਹੀਂ ਬੇਨਤੀ ਕੀਤੀ ਹੈ ਵੀ ਮੈਨੂੰ ਜੋ ਸਮਝ ਆਈ ਮੈਂ ਦੱਸ ਦਿੱਤੀ ਹੈ। ਅਸੀਂ ਵੀ ਇਹਦੇ ਬਾਰੇ ਕਾਫੀ ਜ਼ਿਆਦਾ ਵਿਚਾਰ ਕੀਤੀ ਹੈ ਪਹਿਲਾਂ ਵੀ ਹੁਣ ਵੀ ਇਹਦੇ ਗਰੁੱਪ 'ਚ ਇੱਕ ਮੈਸੇਜ ਆਉਂਦੇ ਰਹਿੰਦੇ ਆ। ਰਾਜਾ ਸਿੰਘ ਜੀ ਕੋਲ ਫਿਰ ਆਇਆ ਹੋਇਆ ਮੈਸੇਜ ਦੇ ਬਾਰੇ ਫਿਰ ਪਰ ਇੱਥੇ ਕਲੈਰਿਟੀ ਸਪਸ਼ਟ ਹੀ ਹੈਗੀ ਹੈ ਜੋ ਸਾਡੇ ਵਿਚਾਰ ਮੁਤਾਬਕ ਨਹੀਂ ਹੈ। ਮੈਨੂੰ ਤਾਂ ਜੋ ਇੰਨੇ ਸਾਲਾਂ 'ਚ ਜੋ ਸਿੱਖਿਆ ਜਾਂ ਸਮਝਿਆ ਉਹ ਤੇ ਇਹੋ ਹੀ ਸਮਝ ਆਈ ਹੈ ਕਿਉਂਕਿ ਗੁਰਬਾਣੀ ਨੇ ਜਨਮ ਮਰਨ ਦੀ ਗੱਲ ਕੀਤੀ ਹੈ ਬਾਰ-ਬਾਰ। ਇੱਥੇ ਆਤਮਿਕ ਮੌਤ ਦੀ ਗੱਲ ਵੀ ਕੀਤੀ ਹੈ, ਆਤਮਿਕ ਜੀਵਨ ਦੀ ਗੱਲ ਵੀ ਕੀਤੀ ਹੈ, ਜਨਮ ਦੀ ਗੱਲ ਵੀ ਕੀਤੀ ਹੈ, ਮਰਨ ਦੀ ਗੱਲ ਵੀ ਕੀਤੀ ਹੈ। ਦੋਨੇ ਚੀਜ਼ਾਂ ਦੀ ਗੱਲਾਂ ਜ਼ਿਕਰ ਆਉਂਦਾ ਗੁਰਬਾਣੀ ਦੇ ਵਿੱਚ। ਨਾ ਹੀ ਸਿਰਫ ਇਸ ਜਨਮ 'ਚ ਕਈ ਵਾਰੀ ਮਰਦਾ ਜਿੰਦਾ ਉਹ ਆਤਮਿਕ ਜੀਵਨ ਆਤਮਿਕ ਮੌਤ ਹੈ ਲੇਕਿਨ ਸਰੀਰਕ ਜੀਵਨ ਤੇ ਸਰੀਰਕ ਮੌਤ ਜਿਹੜਾ ਉਹ ਜਨਮ ਮਰਨੀ ਹੈ। ਠੀਕ ਹੈ ਜੀ। ਹਾਂਜੀ ਇੱਕ ਸ਼ਾਇਦ ਹੈਂਡ ਰੇਜ਼ ਕੀਤਾ ਸੀ ਜਲਵੰਤ ਸਿੰਘ ਜੀ ਨੇ ਵੀ ਤੇ ਉਹਨਾਂ ਨੇ ਕੁਝ ਗੱਲ ਕਹਿਣੀ ਚਾਹੁੰਦੇ ਹੋਣ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਇੱਕ ਬੇਨਤੀ ਹੈ ਜੀ ਵੀ ਇੱਕ ਜੋ ਪਿੱਛੇ ਪੰਕਤੀਆਂ ਸੀਗੀਆਂ ਹਰ ਗੁਣ ਨਾਨਕ ਜਨ ਪਰਸਿਓ ਹਾਂਜੀ ਸਭ ਕੁਲ ਕੀਓ ਉਧਾਰ। ਹਾਂਜੀ ਇਹਦੇ ਵਿੱਚ ਜਿਹੜਾ ਸਭ ਕੁਲ ਆ ਹਾਂਜੀ ਇਹ ਬਹੁ ਵਚਨ ਦੇ ਵਿੱਚ ਆਉਂਦੇ ਆ ਕਿ ਇੱਕ ਵਚਨ ਚ ਆਉਂਦੇ ਆ ਜਾਂ ਇਸ ਪੰਕਤੀ ਦੇ ਦੁਬਾਰਾ ਅਰਥ ਕਰਨ ਦੀ ਕਿਰਪਾਲਤਾ ਕਰਨੀ ਜੀ। ਠੀਕ ਹੈ ਜੀ। ਮਿਹਰਬਾਨੀ। ਇੱਕ ਸਿਰਾ 6ਵੇਂ ਸਵਈਏ ਦੀ ਅਖੀਰਲੀ ਪੰਕਤੀ ਹਾਂਜੀ ਹਾਂਜੀ ਕੁੱਲ ਕੀ ਉਧਾਰ। ਹਾਂਜੀ 6ਵੇਂ ਦੀ। ਠੀਕ ਹੈ ਜੀ ਇਹਦਾ ਮੈਂ ਚੈੱਕ ਕਰ ਲਾਂਗਾ ਜੀ ਕਿਉਂਕਿ ਕੁੱਲ ਦਾ ਵੈਸੇ ਲੱਲਾ ਤੇ ਮੁਕਤਾ ਹੈਗਾ ਹਾਂਜੀ ਤੋ ਇਸ ਕਰਕੇ ਹੋਣਾ ਤੇ ਬਹੁਵਚਨ ਹੀ ਚਾਹੀਦਾ। ਹਾਂਜੀ ਹਾਂਜੀ ਉਹ ਸਾਰੀਆਂ ਕੁੱਲਾਂ ਦਾ ਉਧਾਰ ਹੋ ਜਾਏਗਾ ਇਹਦਾ ਅਰਥ ਤਾਂ ਫਿਰ ਇਹ ਸਾਰੀਆਂ ਕੁੱਲਾਂ ਤੋਂ ਪਰ ਜੋ ਮੈਨੂੰ ਕੁੱਲ ਦਾ ਇੱਥੇ ਜੋ ਵੈਸੇ ਦਰਪਣ ਚਾਰਟ ਲਿਖੇ ਨਾ ਜੀ ਉਹ ਤਾਂ ਇਹ ਲਿਖਿਆ ਕਿ ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁੱਲ ਦਾ ਬੇੜਾ ਪਾਰ ਕਰ ਲਿਆ ਹੈ। ਤੋ ਉੱਥੇ ਤਾਂ ਉਹਨਾਂ ਨੇ ਇੱਕ ਦਾ ਹੀ ਅਰਥ ਦੇ ਰੂਪ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ ਹੈ। ਪਰ ਅਗਰ ਜੇ ਮੰਨ ਲਓ ਇਹਨੂੰ ਅਸੀਂ ਬਹੁਵਚਨ ਦੇ ਰੂਪ ਵਿੱਚ ਵੀ ਅਗਰ ਮੰਨ ਕੇ ਚੱਲੀਏ ਕਿ ਸਭ ਕੁੱਲਾਂ ਦਾ ਉਧਾਰ ਕਰ ਲਿਆ ਤਾਂ ਕੁੱਲ ਆਮ ਤੌਰ ਤੇ ਉੱਤੇ ਕਿਹੜੀ ਕੁੱਲ ਗਿਣੀ ਜਾਂਦੀ ਹੈ। ਇੱਕ ਆਪਣੇ ਤੋਂ ਵੱਡੇ ਜਾਂ ਆਪਣੇ ਤੋਂ ਛੋਟੇ। ਇੱਕ ਕੁੱਲ ਹੋ ਗਏ ਜਿਹੜੇ ਮੇਰੇ ਬਜ਼ੁਰਗ ਨੇ, ਇੱਕ ਕੁੱਲ ਹੋ ਗਈ ਜਿਹੜੀ ਮੇਰੇ ਹਮ ਉਮਰ ਨੇ, ਇੱਕ ਕੁੱਲ ਹੋ ਗਈ ਮੇਰੇ ਬੱਚੇ ਜਾਂ ਅੱਗੋਂ ਉਹਨਾਂ ਦੇ ਬੱਚੇ। ਤੋ ਜੋ ਵੀ ਸੰਗਤ ਦੇ ਵਿੱਚ ਆਇਆ ਉਹ ਸਾਰੀਆਂ ਮਲਟੀਪਲ ਕੁੱਲਾਂ ਵੀ ਤੇ ਉਹਨਾਂ ਦਾ ਉਧਾਰ ਤਾਂ ਹੋ ਹੀ ਜਾਂਦਾ ਹੈ। ਤੋ ਸਮਝਣ ਦੀ ਗੱਲ ਹੈ ਆਈਡੀਆ ਜੋ ਹੈ ਉਹ ਫਿਰ ਮਤਲਬ ਸਮਝਣ ਵਾਲਾ ਇਹੋ ਹੀ ਹੈ ਕਿ ਜਿਹੜਾ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਂਦਾ ਹੈ ਉਹਦੀ ਸੰਗਤ ਦੇ ਨਾਲ ਦੂਜਿਆਂ ਦਾ ਵੀ ਉਧਾਰ ਹੁੰਦਾ ਹੈ। ਤੋ ਸਾਰੀਆਂ ਕੁੱਲਾਂ ਗਿਣ ਲਓ, ਇੱਕ ਕੁੱਲ ਗਿਣ ਲਓ, ਆਈਡੀਆ ਸੇਮ ਹੀ ਕਨਵੇ ਹੁੰਦਾ ਹੈ ਕਿ ਜੋ ਉਹਦੀ ਸੰਗਤ ਕਰੇਗਾ ਉਹ ਵੀ ਕੁਝ ਨਾ ਕੁਝ ਆਪਣਾ ਉਧਾਰ ਕਰੇਗਾ, ਆਪਣਾ ਬੈਨੀਫਿਟ ਕਰ ਲੇਗਾ। ਨਹੀਂ ਇੱਥੇ ਬਹੁਵਚਨ ਲਫ਼ਜ਼ ਹੀ ਆਉਂਦਾ ਕਿਉਂਕਿ ਕੁੱਲ ਇੱਕ ਜਿਹੜੀ ਕਰੰਟ ਕੁੱਲ ਚੱਲ ਰਹੀ ਹੋਵੇ ਉਹ ਜੇ ਹੁੰਦੀ ਤਾਂ ਉਹ ਇੱਕ ਵਚਨ ਹੋਣਾ ਸੀ ਕਿਉਂਕਿ ਇੱਥੇ ਹਾਂ ਨਹੀਂ ਹੈ ਤਾਂ ਮੁਕਤਾ ਹੈਗਾ ਤਾਂ ਬਹੁਵਚਨ ਹੀ ਹੈ ਪਰ ਇੱਥੇ ਆਉਣ ਦਰਪਣ ਵਾਲੀ ਜੋ ਗੱਲ ਅਰਥ ਵੀ ਲਿਖੇ ਹੋਏ ਕੀਤੀ ਨਾ ਹੈ। ਉਹ ਇੱਕੋ ਕੁੱਲ ਦੇ ਸੈਂਸ ਵਿੱਚ ਲਿਖੇ ਹੋਏ ਅੰਦਰ ਚਲੋ ਦਰਪਣ ਦੀ ਗੱਲ ਆਪਾਂ ਗੱਲ ਕਰਦੇ ਹਾਂ। ਵੈਸੇ ਗੁਰਮੁਖ ਦੀ ਜਿਹੜੀ ਕੁੱਲ ਹੈ ਸਿਰਫ ਉਹ ਹੀ ਨਹੀਂ ਹੁੰਦੀ ਜਿਹਦੇ ਚੋਂ ਜਨਮ ਲੈਂਦਾ। ਗੁਰਮੁਖ ਦੀ ਕੁੱਲ ਵੀ ਹੁੰਦੀ ਹੈ ਜਿਹਦੇ ਚ ਬੈਠ ਕੇ ਬਾਕੀ ਸਤਸੰਗੀਆਂ ਨਾਲ ਵੀ ਉਹ ਵੀ ਉਹਦੀ ਕੁੱਲ ਚ ਹੀ ਗਿਣਿਆ ਜਾਂਦਾ। ਹਾਂ ਨਹੀਂ ਮਤਲਬ ਮੈਸੇਜ ਤਾਂ ਉਹੀ ਕਨਵੇ ਕੀਤਾ ਨਾ ਕਿ ਜੋ ਵੀ ਉਹਦੀ ਸੰਗਤ ਵਿੱਚ ਆਏਗਾ ਜ਼ਰੂਰੀ ਨਹੀਂ ਕਿ ਉਹਦੇ ਪਰਿਵਾਰ ਦਾ ਮੈਂਬਰ ਹੀ ਹੋਵੇ। ਜੋ ਵੀ ਉਹਦੀ ਸੰਗਤ ਵਿੱਚ ਆਏਗਾ ਉਹਦਾ ਉਧਾਰ ਹੋਏਗਾ ਤੇ ਜੋ ਵੀ ਆਏਗਾ ਤਾਂ ਫਿਰ ਬਹੁਵਚਨ ਹੋਵੇਗਾ। ਹਾਂਜੀ ਹਾਂਜੀ ਉਹ ਹੈ ਕੁੱਲ ਲੱਲੇ ਨੂੰ ਮੁਕਤਾ ਹੀ ਹੈ ਤਾਂ ਬਹੁਵਚਨ ਹੀ ਹੈ। ਧੰਨਵਾਦ ਜੀ। ਠੀਕ ਹੈ ਧੰਨਵਾਦ ਜੀ। ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਡਾਕਟਰ ਤੇਜੀ ਜੀ। ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬਸ ਇਹਨੇ ਕਹਿਣਾ ਸੀ ਜੋ ਮੇਰੀ ਸਮਝ ਦੇ ਵਿੱਚ ਆਇਆ ਬਿਲਕੁਲ ਤੁਹਾਡੀ ਗੱਲ ਠੀਕ ਹੈ। ਕੁੱਲ ਦਾ ਉਧਾਰ ਹੁੰਦਾ ਰਹਿੰਦਾ ਹੈ, ਕੁੱਲ ਦੇ ਆਦਤਾਂ ਚੇਂਜ ਹੁੰਦੀਆਂ ਰਹਿੰਦੀਆਂ। ਇਹ ਅਗਰ ਬਾਇਓਲੋਜੀਕਲੀ ਸੋਚਿਆ ਜਾਏ, ਜੈਨੇਟਿਕਲੀ ਸੋਚਿਆ ਜਾਏ, ਇਹ ਬਿਲਕੁਲ ਸੱਚ ਹੈ ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਸਾਇੰਸ ਚੱਲ ਰਹੀ ਹੈ ਜੀਨੋਮਿਕਸ ਤੇ ਐਪੀਜੈਨੇਟਿਕਸ ਕਿ ਤੁਸੀਂ ਆਪਣੇ ਫਿਊਚਰ ਜਨਰੇਸ਼ਨ ਦੇ ਵਿੱਚ ਆਪਣੀਆਂ ਜਿਹੜੀਆਂ ਆਦਤਾਂ ਸਾਡੀਆਂ ਅਸੀਂ ਠੀਕ ਕੀਤੀਆਂ ਜਾਂ ਗਲਤ ਕੀਤੀਆਂ ਉਹ ਅਗਲੇ ਜਿਹੜੇ ਕੁੱਲ ਹੈਗੇ ਜਿਹੜੇ ਬੱਚੇ ਹੈ ਉਹਨਾਂ ਦੇ ਬੱਚੇ ਹੈ ਉਹਨਾਂ ਦੇ ਵਿੱਚ
ਜੈਨੇਟਿਕਲੀ ਇਹ ਚੇਂਜ ਆਉਂਦਾ ਰਹਿੰਦਾ ਹੈਗਾ। ਇਹ ਸਾਇੰਟੀਫਿਕਲੀ ਪ੍ਰੂਵਡ ਹੋ ਰਿਹਾ ਅੱਜ ਕੱਲ੍ਹ ਦੇ ਜ਼ਮਾਨੇ 'ਚ। ਸੋ ਗੁਰੂ ਜੀ ਨੇ 500 ਸਾਲ ਤੋਂ ਉੱਪਰ ਪਹਿਲੋਂ ਇਹ ਫਰਮਾਇਆ ਸੀਗਾ। ਉਹ ਅੱਜ ਸਾਨੂੰ ਅਨਰੈਵਲ ਕਰਦੇ ਕਰਦੇ 239 ਸਾਲ ਜਿਹਨਾਂ ਨੂੰ ਲਿਖਦੇ ਲੱਗੇ, ਅੱਜ ਸਾਡੀ ਥੋੜ੍ਹੀ ਥੋੜ੍ਹੀ, ਕਿਉਂਕਿ ਸਾਡਾ ਜੀਵਨ ਬੜਾ ਛੋਟਾ ਹੈ ਨਾ, ਤੇ ਥੋੜ੍ਹੀ ਥੋੜ੍ਹੀ ਕਰਕੇ ਸਾਨੂੰ ਸਮਝ ਆ ਰਹੀ ਹੈ। ਪਰ ਇਹ ਮੈਂ ਸ਼ੇਅਰ ਕਰਨਾ ਚਾਹੁੰਦਾ ਸੀ ਸੰਗਤ, ਅੱਜ ਕੱਲ੍ਹ ਇਹ ਸਾਇੰਟੀਫਿਕਲੀ ਪ੍ਰੂਵਡ ਹੋ ਜਾਂਦਾ ਹੈ ਕਿ ਜਿਹੜੀਆਂ ਮੇਰੀਆਂ ਆਦਤਾਂ ਹੈਗੀਆਂ ਇਹ ਮੇਰੇ ਬੱਚੇ ਤੇ ਗ੍ਰੈਂਡ ਬੱਚਿਆਂ ਦੇ ਵਿੱਚ ਵੀ ਪ੍ਰਵੇਸ਼ ਹੋ ਜਾਣਗੀਆਂ ਜੈਨੇਟਿਕਲੀ ਔਰ ਐਪੀਜੈਨੇਟਿਕਲੀ, ਜਿਹੜੀ ਕਿ ਇਨਫਲੂਐਂਸ ਕਰਦੀਆਂ DNA ਨੂੰ ਕਿ ਤੂੰ ਇਸ ਤਰ੍ਹਾਂ ਐਕਟ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਹਾਂਜੀ, ਹੋਰ ਜੀ ਕਿਸੇ ਦਾ ਕੋਈ ਵਿਚਾਰ ਹੋਵੇ? ਅੱਜ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੀ ਰਿਕੁਐਸਟ ਦੇ ਉੱਤੇ ਅੱਜ ਕੈਪਟਨ ਜਸ਼ਪਾਲ ਸਿੰਘ ਜੀ ਵੀ ਇਸ ਵੇਲੇ ਹਾਜ਼ਰ ਨੇ, ਤੇ ਮੈਂ ਚਾਹਾਂਗਾ ਕਿ ਉਹ ਸੰਗਤ ਨਾਲ ਫਤਿਹ ਦੀ ਸਾਂਝ ਪਾ ਲੈਣ। ਕੈਪਟਨ ਸਾਹਿਬ। ਹਾਂਜੀ, ਜਸ਼ਪਾਲ ਸਿੰਘ ਜੀ। ਇਹ ਕੈਪਟਨ ਸਾਹਿਬ ਹੀ ਨੇ ਗਿਆ ਕਿ ਦੂਜੇ ਕੋਈ ਜਸਪਾਲ ਸਿੰਘ ਤਾਂ ਨਹੀਂ ਹੈਗੇ? ਕੈਪਟਨ ਸਾਹਿਬ ਹੀ ਹੈਗੇ ਨੇ ਜੀ, ਲਿਖਿਆ ਹੋਇਆ ਹੈਗੇ ਨੇ ਕੈਪਟਨ ਸਾਹਿਬ? ਹਾਂ ਹਾਂ, ਇਹਨਾਂ ਦਾ ਉਹ ਡਿਟੇਲ ਪੜ੍ਹ ਲਈ ਨਾ, ਚਟਸਾਲ ਲਿਖਿਆ ਹੋਇਆ। ਤੇ ਮਹਾਰਾਜ ਜੀ ਫਿਰ ਫਤਿਹ ਦੀ ਸਾਂਝ ਕਰੋ ਨਾ ਜੀ, ਕਿੱਥੇ ਹੈਗੇ ਹੋ? ਜਸਪਾਲ ਸਿੰਘ ਜੀ। ਚਲੋ, ਕਈ ਵਾਰ ਬੰਦਾ ਕਲਾਸ ਖਤਮ ਹੋਣ ਕਰਕੇ ਅੱਗੇ ਪਿੱਛੇ ਹੋ ਗਏ ਹੋਣਗੇ। ਚਲੋ ਠੀਕ ਹੈ ਜੀ, ਫਿਰ ਕਲਾਸ ਦੀ ਸਮਾਪਤੀ ਕਰਦੇ ਹਾਂ ਜੀ। ਤੋ ਇੱਕ ਜਿਹੜੀ ਗੱਲ ਪਹਿਲਾਂ ਵੀ ਕਰ ਦਿੱਤੀ ਸੀ ਕਿ ਚਲੋ ਫਿਰ ਅਨਾਉਂਸ ਕਰ ਦਿਆਂਗੇ ਕਿ ਹੁਣ ਫਿਰ ਵੀਰਵਾਰ ਨੂੰ ਫਿਰ ਕਲਾਸ ਹੋਏਗੀ। MP ਸਿੰਘ ਜੀ, ਇੱਕ ਗੱਲ ਜਿਹੜੀ ਜੈਨੇਟਿਕ ਦੀ ਗੱਲ ਕੀਤੀ ਡਾਕਟਰ ਸਾਹਿਬ ਨੇ, ਹਾਂਜੀ, ਉਹ ਅਦਰ ਬਿਹੇਵੀਅਰਸ ਦੀ ਜਾਂ ਕੁਝ ਗੱਲਾਂ ਦੀ ਤੇ ਹੋ ਸਕਦੀ ਹੈ, ਪਰ ਜੇ ਅਸੀਂ ਗੁਰੂ ਕਾਲ ਦੇ ਵਿੱਚ ਦੇਖੀਏ ਤੇ ਉਹਨਾਂ ਦੇ ਆਪਣੇ ਬੱਚੇ ਹੀ ਕਈ ਉਹਨਾਂ ਨਾਲ ਨਹੀਂ ਮੇਲ ਖਾਂਦੇ ਸੀਗੇ। ਇਹ ਸੰਗਤ ਦੀ ਮੇਰਾ ਖਿਆਲ ਜ਼ਿਆਦਾ, ਉਹਦੀ ਸਾਧ ਸੰਗਤ ਦੀ ਗੱਲ ਜ਼ਿਆਦਾ ਕੀਤੀ ਗਈ ਹੈ ਕੁਲ ਦੇ ਵਿੱਚ, ਬਜਾਏ ਕਿ ਸਿਰਫ ਉਹਦੀ ਫੈਮਿਲੀ ਦੇ ਵਿੱਚ ਜੋੜਨ ਦੀ ਗੱਲ ਕੀਤੀ ਗਈ। ਐਕਚੁਅਲੀ ਨਾ ਉਹਨੂੰ ਇਹ ਕਹਿ ਸਕਦੇ ਹਾਂ ਅਸੀਂ ਕਿ ਭਈ ਜੈਨੇਟਿਕਲੀ ਜੋ ਕੁਝ ਪਾਸ ਆਨ ਹੁੰਦਾ ਹੈ ਨਾ, ਉਹ ਵੀ ਹੁੰਦਾ ਹੈ, ਬਟ ਦੈਟ ਇਜ਼ ਨਾਟ ਸਟ੍ਰਿਕਟਲੀ 100% ਇਹ ਨਹੀਂ ਹੈ ਕਿ ਉਹ ਗਰੰਟਿਡ ਹੀ ਹੈ ਕਿ ਭਈ ਹਰ ਚੀਜ਼ ਹੀ ਪਾਸ ਹੋ ਵੀ ਜਾਏਗੀ ਜੀ। ਇਹ ਨੇਚਰ ਜਿਹਨੇ ਐਕਸੈਪਟ ਕਰ ਲਈ ਉਹ ਲਈ ਥੋੜੀ, ਇਹ ਤਾਂ ਹੋ ਸਕਦਾ ਕਿ ਮੇਰੀ ਚੱਲਣ ਦਾ ਸਟਾਈਲ ਮੇਰੇ ਫਾਦਰ ਵਰਗਾ ਹੋਵੇ, ਮੇਰੇ ਬੋਲਣ ਦਾ ਸਟਾਈਲ ਮੇਰੇ ਫਾਦਰ ਵਰਗਾ ਹੋਵੇ, ਪਰ ਮੇਰੀ ਸੋਚ ਜਾਂ ਮੇਰੀ ਸੰਗਤ ਜੇ ਦੂਜੇ ਪਾਸੇ ਹੋ ਗਈ ਤੇ ਮੇਰੀ ਫਿਰ ਵਿਚਾਰ ਇੱਥੋਂ ਹੀ ਤੇ ਚੇਂਜ ਹੁੰਦੀ, ਡਿਵਰਟ ਹੁੰਦੀਆਂ। ਤਾਂ ਹੀ ਤੇ ਇੰਡੀਵਿਜੂਅਲ, ਹਰ ਇੱਕ ਬੰਦਾ ਇੰਡੀਵਿਜੂਅਲ ਹੈਗਾ, ਤੇ ਜਦੋਂ ਜੇ ਇੱਕ ਬੰਦਾ ਇੱਕ ਸੰਗਤ 'ਚ ਹੈਗਾ, ਦੂਜਾ ਬੰਦਾ ਦੂਜੀ ਸੰਗਤ ਚਲਾ ਗਿਆ, ਤਾਂ ਉਹ ਸੰਗਤ ਦਾ ਅਸਰ ਉੱਤੇ ਪਏਗਾ। ਭੈੜੀ ਸੰਗਤ ਦਾ ਭੈੜਾ ਪਏਗਾ, ਚੰਗੀ ਸੰਗਤ ਦਾ ਚੰਗਾ ਪਏਗਾ। ਇੱਥੇ ਜਿਹੜਾ ਹੈ ਮੇਰੇ ਵਿਚਾਰ ਵਿੱਚ ਵੀ ਸੰਗਤ ਹੀ ਹੈਗਾ ਕਿ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਜੋ ਗੁਰਮਤ ਵਿਚਾਰ ਅੰਦਰ ਆਉਂਦੇ ਨੇ, ਗੁਰਮਤ ਵਿਚਾਰ ਅੰਦਰ ਜਾਂਦੇ ਨੇ, ਉਹ ਬਾਣੀ ਦੇ ਹਿਸਾਬ ਨਾਲ ਉਹੀ ਜੀਵਨ ਦੀ ਜਾਚ ਤਿਆਰ ਕਰਦਾ ਹੈ। ਤੇ ਮੇਰੇ ਹਿਸਾਬ ਨਾਲ ਵੀ ਉਹੀ ਚੀਜ਼ ਹੈ ਕਿ ਕੁਲ ਜਿਹੜਾ ਹੈਗਾ ਗੁਰਮੁਖਾਂ ਦਾ ਆਪਣੀ ਸੰਗਤ ਹੈਗੀ ਹੈ, ਸੰਗਤ ਦੇ ਨਾਲ ਹੈ। ਬਾਕੀ ਡਾਕਟਰ ਸਾਹਿਬ ਨੇ ਵੀ ਸਹੀ ਗੱਲ ਕਹੀ ਹੈ ਕਿ ਜਿਹੜਾ ਇਨਫਲੂਐਂਸ ਹੁੰਦਾ ਹੈ ਜੈਨੇਟਿਕਲੀ, ਉਹ ਹੁੰਦਾ ਹੈ, ਪਰ ਜਿੱਥੇ ਤਾਰਨ ਦੀ ਗੱਲ ਆਉਂਦੀ ਹੈ, ਤਾਰਨਾ ਗੁਰੂ ਨੇ, ਤੇ ਗੁਰੂ ਦੀ ਜਾਚ ਤੋਂ ਜੀਵਨ ਜਾਚ ਗੁਰੂ ਤੋਂ ਮਿਲਣੀ ਹੈ। ਬਿਲਕੁਲ, ਅਗਰ ਨੇਚਰ ਨੇ ਤੁਹਾਨੂੰ ਦਿੱਤਾ ਹੈ, ਅਸੀਂ ਜਦੋਂ ਆਪਣੇ ਮਾਪਿਓ ਦੇ ਖਿਆਲਾਂ ਦੇ ਅਗਰ ਵਿਰੁੱਧ ਜਾਂਦੇ ਹਾਂ, ਅਗਰ ਅਸੀਂ ਗੁਰਬਾਣੀ ਦਾ ਆਸਰਾ ਲੈ ਕੇ ਸਤ ਸੰਗਤ ਵਿੱਚ ਬੈਠਦੇ ਹਾਂ, ਉਹ ਤਾਂ ਠੀਕ ਪਾਸੇ ਚਲੇ ਗਿਆ। ਪਰ ਅਗਰ ਅਸੀਂ ਕਹੀਏ ਕਿ ਦੂਸਰੇ ਪਾਸੇ ਅਸੀਂ ਮਨਾਹੀ ਕਰ ਦਈਏ, ਫਿਰ ਅਸੀਂ ਕੰਟਰਡਿਕਟ ਕੀਤਾ ਹੈ ਨਾ ਆਪਣੇ ਆਪ ਨੂੰ। ਸਾਡੇ although nature and nurture both go together, ਜਿਹੜਾ ਨਰਚਰ ਹੈ ਉਹ ਸਾਧ ਸੰਗਤ ਹੋ ਗਈ। ਹਾਂਜੀ, ਜਿਹਦਾ ਮੇਰੀ ਆਦਤ ਹੈ, ਮੈਂ ਐਕਸਟ੍ਰੀਮ ਗੱਲ ਕਰਦਾ, ਜਿਹੜਾ ਵੀ ਕਰਦਾ ਉਹਦੇ ਪਿੱਛੇ ਪੈ ਜਾਂਦਾ। ਤੇ ਜੇ ਮੈਂ ਚੰਗੇ ਪਾਸੇ ਜਾਵਾਂਗਾ ਤੇ ਚੰਗੀ ਚੀਜ਼ ਦੇ ਪਿੱਛੇ ਪੈ ਜਾਵਾਂਗਾ, ਤੇ ਜੇ ਭੈੜੀ ਸੰਗਤ ਗਿਆ ਤੇ ਉੱਥੇ ਐਕਸਟ੍ਰੀਮ ਕਰ ਲਾਂਗਾ, ਉੱਥੇ ਜ਼ਿਆਦਾ ਭੈੜਾ ਹੋ ਜਾਵਾਂਗਾ। ਤਾਂ ਸੋ ਹੋ ਸਕਦਾ ਮੇਰੇ ਉਤੋਂ ਫੋਰ ਫਾਦਰ ਤੋਂ ਮੈਨੂੰ ਇਹ ਚੀਜ਼ ਮਿਲੀ ਹੋਵੇ ਵੀ ਇਹ ਚੰਗੀ ਪਾਸੇ ਚੱਲਣਾ ਤੇ ਚੰਗਾ ਹੀ ਚੱਲਣਾ, ਮਾੜਾ ਚੱਲਣਾ ਤੇ ਇਹ ਤੇ ਫਿਰ ਚੋਇਸਿਸ ਆਫ ਸੰਗਤ ਔਰ ਮੇਰੀ ਆਪਣੀ ਇੰਡੀਵਿਜੂਅਲ ਤੇ ਪਹੁੰਚ ਜਾਂਦੀ ਫਿਰ ਗੱਲ। ਹਾਂ, ਬੇਸਿਕ ਨੇਚਰ ਜਿਹੜੀ ਹੈ ਉਹ ਅਸੀਂ ਅਡਾਪਟ ਕਰ ਸਕਦੇ ਹਾਂ। ਚੋਇਸ ਅਗਰ ਗੁਰੂ ਤੇ ਛੱਡ ਦਈਏ ਤੇ ਫਿਰ ਸਾਡੇ ਜਿਹੜੇ ਕਰਮ ਹੈ, ਐਕਸ਼ਨਸ ਹੈ,
ਉਹਦਾ ਜਿਹੜਾ ਨਿਚੋੜ ਹੈ ਥਿੰਕਿੰਗ ਦਾ ਤੇ ਪਰਵਰਿਸ਼ ਦਾ, ਉਹਦਾ ਰਿਜ਼ਲਟ ਰਿਪੋਰਟ ਕਾਰਡ ਹੈਗੀ ਆ। ਬਾਕੀ ਵੈਸੇ ਵੀ ਅਗਰ ਕੁੱਲ ਦੀ ਗੱਲ ਕਰੀਏ ਹੋਇਆ ਜ਼ਿਆਦਾ ਡਿਟੇਲ ਦੇ ਵਿੱਚ ਮੇਰਾ ਇਹੀ ਸੀਗਾ ਕਿ ਅਗਰ ਬੱਚਾ ਕੋਈ ਕਈ ਵਾਰੀ ਡਿਸਕਸ ਕਰਦੇ ਕਿ ਇਹ ਸਾਇੰਟੀਫਿਕ ਚੀਜ਼ਾਂ ਹੈ ਕਿ ਨਹੀਂ, ਯੈਸ ਸਾਇੰਟੀਫਿਕਲੀ ਦੇਰ ਇਜ਼ ਪ੍ਰੂਫ, ਮਗਰ ਅਗਰ ਨਾ ਵੀ ਸਾਇੰਟੀਫਿਕ ਲਈਏ ਕਿ ਜੋ ਅਸੀਂ ਸਭਿਅਤਾ ਆਪਣੇ ਪੇਰੈਂਟਸ ਤੋਂ ਲਿੱਤੀ ਹੈ ਕਿ ਗੁਰਮੁਖ ਪਰਿਵਾਰ ਹੈ ਤੇ ਅਸੀਂ ਸਿੱਧੇ ਪਾਸੇ ਰਹਾਂਗੇ, ਤੇ ਅਗਰ ਅਸੀਂ ਨਹੀਂ ਰਵਾਂਗੇ ਤੇ ਅਸੀਂ ਗਲਤ ਪਾਸੇ ਲੱਗ ਜਾਵਾਂਗੇ। ਮੇਰਾ ਸਿਰਫ ਇਹੀ ਹੈ। ਨਹੀਂ, ਜੇ ਅਸੀਂ ਗੁਰੂ ਦੇ ਆਪਣੇ ਅਸੀਂ ਪਿੱਛੇ ਆਪਣਾ ਇਤਿਹਾਸ ਦੇਖੀਏ ਤੇ ਸਾਨੂੰ ਐਗਜ਼ਾਮਪਲ ਕੁੱਲ ਤੋਂ ਅਗਰ ਲੈਣੀ ਹੋਏ ਤੇ ਕੁੱਲ ਤੋਂ ਪ੍ਰਿਥੀ ਚੰਦ ਵੀ ਹੈ ਤੇ ਗੁਰੂ ਅਰਜਨ ਪਾਤਸ਼ਾਹ ਵੀ ਨੇ, ਬਾਬਾ ਰਾਮ ਰਾਏ ਵੀ ਹਨ। ਤੇ ਉਸ ਤੋਂ ਵੀ ਅਗਰ ਦੇਖਿਆ ਜਾਏ ਤੇ ਉੱਥੇ ਵੀ ਗੱਲ ਕਲੀਅਰ ਹੁੰਦੀ ਹੈ ਕਿ ਜਿਹੜੀ ਜੈਨੇਟਿਕਲੀ ਔਰ ਬਾਇਓਲੋਜੀਕਲੀ ਗੱਲ ਹੈ ਉਹ ਇੱਥੇ ਕੁੱਲ ਧਾਰਨ ਵਾਲੀ ਗੱਲ ਨਹੀਂ ਹੈ, ਉਹ ਗੁਰੂ ਸਾਹਿਬਾਨ ਦੀ ਸਿੱਖਿਆ ਹੀ ਹੈ ਜਿਹੜੀ ਕੁੱਲ ਧਾਰਦੀ ਹੈ, ਤੇ ਉਹ ਗੁਰਮੁਖਾਂ ਵਾਲਾ ਜੀਵਨ ਹੀ ਹੈ ਜਿਹੜੀ ਗੁਰੂ ਤੋਂ ਮਿਲਣਾ ਹੈ, ਜੋ ਮੈਨੂੰ ਸਮਝ ਆਉਂਦੀ ਹੈ। ਬਿਲਕੁਲ ਠੀਕ ਹੈ ਜੀ। तो मेरा ख्याल है बाकी जी जेनेटिक डिस्कशन ਨੂੰ ਅਸੀਂ ਅਗਲੀ ਵਾਰੀ ਵਾਸਤੇ ਛੱਡਦੇ ਹਾਂ। तो ਮੇਨ ਗੱਲ ਇਹ ਹੈ ਕਿ ਜੋ ਗੁਰੂ ਦੀ ਸੰਗਤ ਕਰੇਗਾ ਉਹ ਗੁਰੂ ਦੀ ਸਿੱਖਿਆ ਧਾਰਨ ਕਰੇਗਾ ਤੇ ਜ਼ਰੂਰ ਆਪਣਾ ਉਧਾਰ ਵੀ ਕਰੇਗਾ ਤੇ ਆਪਣੇ ਸੰਗੀ ਸਾਥੀਆਂ ਦਾ ਵੀ ਉਧਾਰ ਕਰਨ ਦੇ ਸਮਰੱਥ ਹੋ ਜਾਏਗਾ। तो ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਸਮਾਂ ਕਾਫੀ ਹੋ ਗਿਆ। तो ਖਿਮਾ ਤੇ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।